देश दुनिया च वसदे पंजाबियों को खुश आमदीद। मैं हरजिंदर सिंह रंधावा, तुम देख रहे हो पंजाब टैलीविजन और मेरे नाल ने सरदार नरिंदरपाल सिंह। सरदार साहब, सरबत खालसा तो सुनते रहे हैं, ये महापंचायत की है? ਇਹਦੇ ਬਾਰੇ ਜਾਂ ਤੇ ਬਾਦਲਾਂ ਨੂੰ ਪੁੱਛੋ ਜਾਂ ਕਪਤਾਨ ਸਾਹਿਬ ਨੂੰ। ਤੁਹਾਡਾ ਮਤਲਬ ਗੱਡਤਾ ਸੀ ਇਹਦਾ ਤੱਕੜਾ? ਬਿਲਕੁਲ ਬਕਾਇਦਾ 2022 ਦੀਆਂ ਚੋਣਾਂ ਦਾ ਬਿਗਲ ਫੂਕ ਦਿੱਤਾ ਅਗਲਿਆਂ ਨੇ। ਤੇ ਜਿਹੜਾ ਬਿਗਲ ਕੱਲ ਪਾਰਲੀਮੈਂਟ ਦੇ ਵਿੱਚ ਲੋਕ ਸਭਾ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੂਕਿਆ ਜੀ, ਸਿੱਧਾ ਸਿੱਧਾ ਮਤਲਬ ਸੀ, ਕਹਿੰਦੇ ਜਿਨ੍ਹਾਂ ਨੂੰ ਨਵੇਂ ਚੰਗੇ ਨਹੀਂ ਲੱਗਦੇ ਉਹ ਪੁਰਾਣੇ ਰੱਖ ਲਓ। ਇਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੋਈ ਸਰਗਰਮੀ ਦਿਖਾਈ ਨਹੀਂ ਕਿ ਜੇ ਪ੍ਰਧਾਨ ਮੰਤਰੀ ਕਹਿੰਦੇ ਆ ਕਿ ਸਟੇਟਾਂ ਆਪਣੇ ਆਪਣੇ ਬਿੱਲ ਰੱਖ ਲੈਣ ਜਾਂ ਪੁਰਾਣੇ ਬਿੱਲਾਂ ਤੇ ਹੀ ਸਹਿਮਤੀ ਦੇ ਦੇਣ, ਤੇ ਘੱਟੋ ਘੱਟ ਪੰਜਾਬ ਸਰਕਾਰ ਨੂੰ ਕੋਈ ਸਰਗਰਮੀ ਤਾਂ ਦਿਖਾਉਣੀ ਚਾਹੀਦੀ ਸੀ। ਜ਼ਰੂਰ ਦਿਖਾਉਣੀ ਚਾਹੀਦੀ ਹੈ। ਲੇਕਿਨ ਇੱਕ ਹੋਰ ਸਵਾਲ ਹੈ, ਤੀਜਾ ਮਸਲਾ ਜਿਹੜਾ ਬਹੁਤ ਅਹਿਮ ਸੰਵੇਦਨਸ਼ੀਲ ਮਸਲਾ ਹੈ, ਬਠਿੰਡੇ 'ਚ 2 ਕਤਲ ਹੋ ਜਾਂਦੇ ਜੀ। ਕਤਲ ਵੀ ਖੁਦਕੁਸ਼ੀ ਹੈ ਔਰ ਖੁਦਕੁਸ਼ੀ ਦਾ ਨੋਟ ਵੀ ਹੈ ਬਿਲਕੁਲ। ਤੇ ਉਹਦੇ ਵਿੱਚ ਸਿਆਸਤਦਾਨਾਂ ਦੇ ਰਿਸ਼ਤੇਦਾਰਾਂ ਦੇ ਨਾਮ ਬੋਲਦੇ। ਇਹ ਗੱਲ ਕਿਸੇ ਇੱਕ ਕੇਸ ਦੀ ਨਹੀਂ, ਸਿਆਸਤ ਦੇ ਵਿੱਚ ਦਿਨੋਂ ਦਿਨ ਵੱਧਦਾ ਇਹੋ ਜਿਹਾ ਰੁਝਾਨ ਕ੍ਰਾਈਮ ਦਾ, ਇਹਨੂੰ ਸਾਰੀ ਸਟੇਟ ਦੇ ਵਿੱਚ ਇੱਕ ਵਾਰੀ ਦੇਖਣਾ ਬਣਦਾ ਸੀ। ਇਨਸਾਫ ਹਰੇਕ ਨਾਗਰਿਕ ਦਾ ਅਧਿਕਾਰ ਆ ਤੇ ਸਮਾਜਿਕ ਸੁਰੱਖਿਆ ਹਰੇਕ ਨਾਗਰਿਕ ਦਾ ਮੁੱਢਲਾ ਹੱਕ ਹੈ। ਇੱਥੇ ਆ ਕੇ ਇਹ ਖਾਮੀ ਖਲਦੀ ਹੈ ਕਿ ਸਿਆਸਤ ਕਦੋਂ ਦੀ ਕ੍ਰਿਮੀਨਲਸ ਦੇ ਵਾਂਗ ਵਿਹਾਰ ਕਰਨ ਲੱਗ ਗਈ। ਇਹ ਸਵਾਲ ਐਡਰੈਸ ਕਰਾਂਗੇ। ਕੁਝ ਹੋਰ ਸਵਾਲ ਨੇ, ਲੇਕਿਨ ਸਭ ਤੋਂ ਵੱਡਾ ਸਵਾਲ ਕਿ ਪੰਜਾਬ ਦੀ ਸਰਜ਼ਮੀ ਤੇ ਮਹਾਪੰਚਾਇਤ ਹੋ ਰਹੀ ਆ ਜਗਰਾਉਂ, ਮਾਲਵੇ ਦੀ ਧੁੰਨੀ ਚ ਕਵਾਂਗੇ, ਰੋਸ਼ਨੀਆਂ ਦਾ ਸ਼ਹਿਰ ਜਗਰਾਉਂ। ਹੁਣ ਸਵਾਲ ਇਹ ਆ ਕਿ ਸਰਬੱਤ ਖਾਲਸਾ ਦਾ ਕਨਸੈਪਟ ਤੇ ਗੁਰੂ ਕਾਲ ਤੋਂ ਚੱਲਿਆ ਆਉਂਦਾ। ਬਿਲਕੁਲ। ਲੇਕਿਨ ਮਹਾਪੰਚਾਇਤ ਤਾਂ ਜਾਂ ਯੂਪੀ ਜਾਂ ਹਰਿਆਣੇ ਚ ਹੁੰਦੀ ਸੀ। ਜੀ। ਜਦੋਂ ਮਹਾਪੰਚਾਇਤ ਹੁੰਦੀ ਹੈ ਤੇ ਉਹਦਾ ਕਨਸੈਪਟ ਤਾਂ ਇਹ ਹੁੰਦਾ ਹੈ ਕਿ ਜਿਹੜਾ ਆਖਰੀ ਜੀਵ ਵੀ ਰਹਿ ਗਿਆ ਅੰਦੋਲਨ ਸੰਬੰਧੀ ਜਾਗਰੂਕਤਾ ਦੇ ਨਜ਼ਰੀਓਂ ਉਹਨੂੰ ਜਾਗਰੂਕ ਕਰ ਦਿਓ। ਤੇ ਪੰਜਾਬ ਦਾ ਤੇ ਬੱਚਾ ਜਾਗਰੂਕ ਆ। ਸਭ ਪੰਜਾਬ ਦੀ ਤੇ ਹਰ ਪੰਚਾਇਤ ਉੱਥੇ ਬੈਠੀ ਆ। ਤੇ ਫਿਰ ਸਰਦਾਰ ਸਾਹਿਬ, ਦਿੱਲੀ ਦੀਆਂ ਸਰਹੱਦਾਂ ਤੋਂ ਪੰਜਾਬ 'ਚ ਦੁਬਾਰਾ ਬਿਗਲ ਫੂਕਣ ਦਾ ਮਤਲਬ ਤਾਂ ਇਹੀ ਹੈ ਕਿ ਕਿਸਾਨ ਲੀਡਰ ਇਹ ਸਮਝਦੇ ਆ ਕਿ ਪੰਜਾਬ ਦੇ ਸਿਆਸਤਦਾਨ ਨੂੰ ਭੁੱਲ ਨਾ ਜਾਇਓ, 2022 'ਚ ਅਸੀਂ ਵੀ ਤੇਰੇ ਅਸੀਂ ਵੀ ਅੱਜ ਗਏ। ਔਰ ਦੇਖੋ, ਸਭ ਤੋਂ ਵੱਡੀ ਗੱਲ ਹੈ ਕਿ ਜਿੱਦਾਂ ਉਹ ਆਮ ਕਰਦੇ ਨਾ ਕਿ ਇੰਜਨ ਨੂੰ ਇੱਕ ਵਾਰ ਸਟਾਰਟ ਕਰਕੇ ਤੇ ਛੱਡ ਦਿੰਦੇ ਆ ਤੇ ਬਾਕੀ ਜੱਟ ਆਪਣੀ ਵਾਈ ਹੋਰ ਪਾਸੇ ਕਰਦਾ ਰਹਿੰਦਾ ਕਾਰ-ਵਿਹਾਰ। ਉਹ ਕੰਮ ਹੈ ਵੀ ਉੱਥੇ ਇੰਜਨ ਸਟਾਰਟ ਕਰਤਾ ਵੀ ਉੱਥੇ ਜਿਹੜੇ ਲੱਖਾਂ ਤਾਦਾਦ 'ਚ ਲੋਕ ਬੈਠ ਗਏ ਨੇ ਤੇ ਇੱਥੇ ਆ ਕੇ ਨਵੀਂ ਮਹਾਪੰਚਾਇਤ। ਵੈਸੇ ਇਹ ਜਿਹੜਾ ਕਨਸੈਪਟ ਹੈ, ਜਿਹੜਾ ਫਾਰਮੂਲਾ ਆ, ਇਹ ਖਾਪ ਪੰਚਾਇਤਾਂ ਤੋਂ ਤੁਰਿਆ। ਜੀ। ਖਾਪ ਪੰਚਾਇਤਾਂ ਜਾਤ ਆਧਾਰਿਤ ਪੰਚਾਇਤਾਂ ਨੇ ਜਿਹੜੀਆਂ ਆਪਣੀਆਂ ਜਾਤਾਂ ਦੇ ਅੰਦਰੂਨੀ ਝਗੜੇ ਨਿਬੇੜਦੀਆਂ ਨੇ। ਇਹ ਬਕਾਇਦਾ ਤੁਸੀਂ ਗੱਲ ਕੀਤੀ ਉੱਤਰ ਪ੍ਰਦੇਸ਼ 'ਚ ਨੇ, ਉੱਤਰਾਖੰਡ 'ਚ ਨੇ, ਰਾਜਸਥਾਨ 'ਚ ਨੇ, ਇੱਧਰ ਹਰਿਆਣੇ 'ਚ ਨੇ, ਤੁਹਾਡੇ 'ਚ। ਔਰ ਇਹ ਪੰਚਾਇਤਾਂ ਆਪਣੇ ਅੰਦਰੂਨੀ ਝਗੜੇ ਨਿਬੇੜਦੀਆਂ। ਔਰ ਇਹ ਬੜੀਆਂ ਮਸ਼ਹੂਰ ਰਹੀਆਂ। ਇਹ ਆਪਣੇ 'ਚ ਦਖਲ ਨਹੀਂ ਦੇਣ ਦਿੰਦੀਆਂ ਔਰ ਇਹ ਸਖਤ ਤੋਂ ਸਖਤ ਫੈਸਲੇ ਲੈਂਦੀਆਂ। ਉਹ ਫੈਸਲੇ ਆਲੋਚਨਾ ਦੇ ਘੇਰੇ 'ਚ ਵੀ ਆਉਂਦੇ ਰਿਹਾ, ਲੇਕਿਨ ਇਹਨਾਂ ਦਾ ਇਕੱਠ, ਇਹਨਾਂ ਦੀ ਸ਼ਕਤੀ ਆ ਤੇ ਸਰਕਾਰਾਂ ਡੇਗਣ ਦੀ ਸਮਰੱਥਾ ਰੱਖਦੀਆਂ। ਇਹਨਾਂ ਨੇ ਡੇਗੀ ਓਮ ਪ੍ਰਕਾਸ਼ ਚਟਾਲਾ ਦੀ ਸਰਕਾਰ ਜੀ। ਇਹਨਾਂ ਦੀ ਤਾਕਤ ਹੈ ਔਰ ਇਹਨਾਂ ਦੀ ਤਾਕਤ ਜਿਹੜੀ ਕਿਸਾਨੀ ਸੰਘਰਸ਼ ਆ ਉਹਦੇ ਵਿੱਚ ਵੀ ਸਿਰ ਚੜ੍ਹ ਕੇ ਬੋਲੀ ਆ। ਤੇ ਹੁਣ ਵੀ ਚਟਾਲਿਆਂ ਦੇ ਫਰਜ਼ੰਦ ਦੁਸ਼ਯੰਤ ਚਟਿਆਲਾ ਲਈ ਇਹ ਫਿਰ ਖਤਰਾ ਨੇ। ਤੇ ਜਿਹੜਾ ਹਰਿਆਣੇ ਦਾ ਬਜਟ ਸੈਸ਼ਨ ਹੈ ਉਹ ਅਜੇ ਤੱਕ ਨਿਰਧਾਰਤ ਨਹੀਂ ਹੋ ਪਾ ਰਿਹਾ ਕਿ ਜੇਕਰ ਮਾਰਚ 'ਚ ਹੋਣਾ ਸ਼ਾਇਦ ਉਹ। ਤੇ ਸਰਦਾਰ ਸਾਹਿਬ, ਮੁਸ਼ਕਲ ਤਾਂ ਇਹੀ ਆ ਕਿ ਜੇਕਰ ਵਿਧਾਇਕਾਂ ਦੇ ਨਜ਼ਰੀਓਂ ਬਹੁ ਗਿਣਤੀ ਦੂਜੇ ਬੰਨੇ ਬਹਿ ਗਈ ਬਿਲਕੁਲ ਤੇ ਸਰਕਾਰ ਡਿੱਗਣ ਦਾ ਪੂਰਾ ਖਤਰਾ। ਲੇਕਿਨ ਪੰਜਾਬ ਦੇ ਵਿੱਚ ਨੇੜ ਭਵਿੱਖ ਦੇ ਵਿੱਚ 2-3-4 ਮਹੀਨੇ 'ਚ ਕੋਈ ਇਲੈਕਸ਼ਨ ਨਹੀਂ। ਆ ਜਿਹੜੀ 14 ਨੂੰ ਹੋਣੀ, ਇਹਨੂੰ ਛੱਡ ਲਈਏ। ਜੇਕਰ ਅਸੀਂ 2022 ਲਈ ਦੇਖਦੇ ਹਾਂ ਤੇ ਜਦੋਂ ਇਹ ਲੜਾਈ ਖਿਸਕ ਕੇ 26 ਜਨਵਰੀ ਤੋਂ ਬਾਅਦ ਟਕੈਤ ਭਰਾਵਾਂ ਵੱਲ ਤੁਰ ਗਈ, ਉਦੋਂ ਪੰਜਾਬ ਦੇ ਪੋਲੀਟੀਸ਼ੀਅਨ ਥੋੜੇ ਜਿਹੇ ਖੁਸ਼ ਹੋਏ। ਬਹੁਤਿਆਂ ਨੇ ਜਾ ਕੇ ਸਿਰਾ ਪਾਇਆ ਜਾ ਕੇ ਟਕੈਤ ਨੂੰ, ਬਿਲਕੁਲ ਟਕੈਤ ਸਾਹਿਬ ਨੂੰ, ਕਿ ਚਲੋ ਸਾਨੂੰ ਇੱਥੇ ਸਾਡੀ ਪੁੱਛਗਿੱਛ ਨਹੀਂ ਹੋਈ, ਤੁਸੀਂ ਸਾਨੂੰ ਆਪਣੇ ਖਾਤੇ 'ਚ ਗਿਣ ਲਿਓ। ਉਹ ਕਹਿੰਦੇ ਦੇਵਤਿਓ ਸਾਡੀ ਰਹਿ ਚੱਲੀ ਆ, ਉਹ ਇਹ ਤਾਂ ਲੀਡਰ ਬਣਦੇ ਤੁਸੀਂ ਭੁੰਜੇ ਲਾਤੇ, ਹੁਣ ਤੁਸੀਂ ਲੀਡਰ ਬਣੇ, ਸਾਡੀ ਲੋੜ ਆ ਤੇ ਦੱਸੋ। ਬਿਲਕੁਲ। ਪਰ ਸਰਦਾਰ ਜੀ, ਸਵਾਲ ਇਹ ਆ ਕਿ ਪੰਜਾਬ ਜਿਹੜਾ ਬਿਲਕੁਲ ਸੁੱਤਾ ਸੀ, ਜਦੋਂ ਉੱਠਦਾ ਉਹ ਦਿੱਲੀ ਹਿਲਾ ਦਿੰਦਾ ਹੈ। ਬਿਲਕੁਲ। ਮੋਦੀ ਸਰਕਾਰ ਹਿਲਾ ਕੇ ਰੱਖਤੀ, ਕੋਈ ਮੰਨੇ ਨਾ ਮੰਨੇ। ਲੇਕਿਨ ਇਸ
ਜਿਹੜੀ ਪ੍ਰਕਿਰਿਆ ਸੀ ਇਹਦੇ ਵਿੱਚੋਂ ਪੰਜਾਬ ਦੇ ਵਿੱਚ ਇੱਕ ਜਾਗਰੂਕਤਾ ਮੁਹਿੰਮ ਦੀ ਵੱਡੀ ਉਮੀਦ ਸੀ। ਜੀ। ਲੋਕਾਂ ਨੂੰ ਲੱਗਦਾ ਸੀ ਕਿ 2022 ਦੇ ਵਿੱਚ ਨਵੀਂ ਸਰਕਾਰ ਨਵੀਂ ਧਿਰ ਬਣਾਊਗੀ ਬਿਲਕੁਲ। ਔਰ ਉਹ ਨਵੀਂ ਧਿਰ ਕਿਸਾਨੀ ਘੋਲ ਦੇ ਵਿੱਚੋਂ ਨਿਕਲ ਕੇ ਆਊਗੀ। ਜੀ। ਜਦੋਂ 26 ਜਨਵਰੀ ਵਾਪਰਦਾ ਫੜੋ ਫੜਾਈਆਂ ਹੁੰਦੀਆਂ ਨੇ, ਇੱਕਦਮ ਜਿਹੜਾ ਮੁਰਾਲ ਇੱਥੇ ਸੀ ਉਹ ਥੱਲੇ ਆ ਜਾਂਦਾ। ਬਿਲਕੁਲ ਸਹੀ ਗੱਲ। ਇੰਜ ਲੱਗਣ ਲੱਗਿਆ ਕਿ ਹੁਣ ਇਹ ਉਸ ਤਰ੍ਹਾਂ ਦੀ ਭੂਮਿਕਾ ਪੰਜਾਬ 'ਚ ਨਹੀਂ ਨਿਭਾ ਸਕਣਗੇ। ਲੇਕਿਨ ਜਗਰਾਓਂ ਦੇ ਵਿੱਚ ਵੱਡੇ ਇਕੱਠ ਦਾ ਹੋਣਾ, ਕਿਸਾਨ ਲੀਡਰਸ਼ਿਪ ਦਾ ਉੱਥੇ ਹੋਣਾ, ਮੇਨ ਲੀਡਰਾਂ ਦਾ ਉੱਥੇ ਹੋਣਾ, ਇਹ ਸੰਕੇਤ ਕਰਦਾ ਹੈ ਕਿ ਲੜਾਈ ਮੁੱਕੀ ਨਹੀਂ, ਲੜਾਈ ਤੁਰਦੀ ਰਹੂਗੀ, ਲੜਾਈ ਤੁਰਦੀ ਰਹੇਗੀ। ਲੇਕਿਨ ਸਭ ਤੋਂ ਔਖੀ ਘੜੀ ਇਹ ਪੋਲੀਟੀਸ਼ੀਅਨਸ ਲਈ ਹੋਊਗੀ 2022 ਤੋਂ ਪਹਿਲਾਂ। ਆ 14 ਤਰੀਕ ਨੂੰ ਆ ਜਿਹੜੇ 3 ਦਿਨ ਬਾਅਦ ਇਲੈਕਸ਼ਨ ਆ, ਜੀ। ਉਸ ਇਲੈਕਸ਼ਨ ਦੇ ਵਿੱਚ ਬੀਜੇਪੀ ਹੁਣੇ ਹੀ ਪਾਸੇ ਹੋਗੀ। ਬੀਜੇਪੀ ਲਈ ਬਹੁਤ ਹੀ ਔਖੀ, ਜੇ ਸਿਆਣੇ ਹੁੰਦੇ ਇਲੈਕਸ਼ਨ ਲੜਦੇ ਹੀ ਨਾ, ਬਿਲਕੁਲ ਬਾਈਕਾਟ ਕਰ ਦਿੰਦੇ, ਪਾਸੇ ਹੋ ਜਾਂਦੇ। ਉਹ ਕਹਿੰਦੇ, ਲੇਕਿਨ ਉਹਨਾਂ ਦੀ ਹੋਂਦ ਦੀ ਲੜਾਈ ਸੀ। ਜਦੋਂ ਪਤਾ ਹੋਵੇ ਕਿ ਮੁੱਦੇ ਮੂੰਹ ਡਿੱਗਣਾ, ਸਿਰ ਭਾਰ ਡਿੱਗਣਾ, ਜਦੋਂ ਇਹ ਪਤਾ ਹੋਵੇ ਨਾ, ਜਦੋਂ ਇਹ ਮਨ ਦੇ ਵਿੱਚ ਆ ਜਾਵੇ ਕਿ ਅਸੀਂ ਤੇ ਕੇਂਦਰ ਦੇ ਉੱਤੇ ਕਾਬਜ ਬੈਠੇ ਆ, ਫਿਰ ਉਹ ਜਿਹੜੀ ਚਾਹਤ ਹੁੰਦੀ ਨਾ, ਹੰਕਾਰ ਬਣ ਕੇ ਸਾਹਮਣੇ ਆਉਂਦੀ ਕਿ ਸਾਨੂੰ ਰੋਕੇਗਾ ਕੌਣ। ਲੇਕਿਨ ਬੁਰੀ ਤਰ੍ਹਾਂ ਸ਼ਿਕਸਤ ਹਾਂ ਬਹੁਤ ਵਰਕਰਸ ਦੇ ਦਿਲ ਤੋੜ ਦਿੰਦੀ ਹੈ। ਬਿਲਕੁਲ। ਬਹੁਤ ਸਾਰੀ ਲੀਡਰਸ਼ਿਪ ਬੀਜੇਪੀ ਦੀ ਆਲਰੇਡੀ ਦੂਜੀਆਂ ਪਾਰਟੀਆਂ 'ਚ ਸ਼ਿਫਟ ਹੋ ਗਈ, ਬਿਲਕੁਲ ਪਲਾਇਨ ਕਰ ਗਈ। ਲੇਕਿਨ ਜੇ ਹੁਣ ਹਾਲਾਤ ਬਦ ਤੋਂ ਬਦਤਰ ਹੁੰਦੇ, ਸੁਨੀਲ ਜਾਖੜੇ ਕਹਿੰਦੇ ਹੀ ਨੇ ਨਾ, ਉਹ ਕਹਿੰਦੇ ਜੀ ਤੁਸੀਂ ਜਿਸ ਤਰ੍ਹਾਂ ਦਾ ਲੋਕਾਂ ਨੂੰ ਕਹਿੰਦੇ ਵਿਰੋਧ ਕਰ ਰਹੇ ਹੋ, ਇਹ ਨਾ ਕਰੋ, ਇਹਨਾਂ ਨੂੰ ਘੇਰੋ ਨਾ, ਇਹਨਾਂ ਨੂੰ ਵੋਟਾਂ 'ਚ ਹਰਾਓ, ਇਹਨਾਂ ਨੂੰ ਵੋਟਾਂ 'ਚ ਹਰਾਓ। ਲੇਕਿਨ ਜੇਕਰ ਅੱਗੇ ਥੋੜਾ ਜਿਹਾ ਤੁਰਦੇ ਆ ਸਰਦਾਰ ਸਾਹਿਬ, ਜੇ ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਡੋਮੀਨੇਟ ਕਰ ਰਹੇ ਆ, ਅਕਾਲੀਏ ਆਪਣੀ ਲੜਾਈ ਲੜ ਰਹੇ ਆ ਜ਼ਮੀਨ ਵਿੱਚ, ਡੋਮੀਨੇਟ ਨਹੀਂ ਕਰ ਰਹੇ। ਮੈਨੂੰ ਤੇ ਲੱਗਦਾ ਜੋ ਆ ਤੁਹਾਡੀਆਂ ਕੌਂਸਲ ਚੋਣਾਂ ਹੋ ਰਹੀਆਂ, ਮਿਊਨਿਸਪਲ ਚੋਣਾਂ ਜੋ ਹੋ ਰਹੀਆਂ ਨੇ, ਉਹਦੇ ਵਿੱਚ ਤੇ ਸਭ ਕੁਝ ਦਾਅ ਤੇ ਲੱਗਾ ਹੋਇਆ ਜੀ। ਬਠਿੰਡੇ ਦੇ ਵਿੱਚ ਮਨਪ੍ਰੀਤ ਬਾਦਲ ਹੋਰਾਂ ਦਾ ਪਸੀਨਾ ਦੇਖਣ ਵਾਲਾ ਵੀ ਕਿੱਦਾਂ ਮੱਥੇ ਤੋਂ ਚੋਂਦਾ। ਦੇਖੋ ਸ਼ਰੀਕਾਂ ਨਾਲ ਲੜਾਈ ਸੀ। ਬਿਲਕੁਲ। ਪਟਿਆਲੇ ਦੇ ਵਿੱਚ ਮਹਾਰਾਣੀ ਪਰਨੀਤ ਕੌਰ, ਉਹ ਕੋਈ ਕੱਟ ਮਿਹਨਤ ਨਹੀਂ ਕਰ ਰਹੇ। ਸੁਨੀਲ ਜਾਖੜ ਜਿਹੜੇ ਪਹਿਲਾਂ ਸਮਝਦੇ ਸੀ ਕਿ ਚਲੋ ਮੈਂ ਤੇ ਪ੍ਰਧਾਨ ਹੈ ਨਹੀਂ, ਹੁਣ ਮੇਰੀ ਜਾਨ ਸੌਖੀ ਆ, ਸਭ ਤੋਂ ਜ਼ਿਆਦਾ ਉਹਨਾਂ ਨੂੰ ਕਿਹੜਾ ਵਿਧਾਇਕ ਆ ਜਿਸ ਵੀ ਹਲਕੇ ਦੇ ਵਿੱਚ ਉਹ ਪੰਚਾਇਤ ਜਾਂ ਉਹ ਮਿਊਨਿਸਪਲ ਕਮੇਟੀ ਆ ਰਹੀ ਆ, ਉਸ ਵਿਧਾਇਕ ਦੀ ਦੇਖਣ ਵਾਲੀ ਆ, ਦੇਖਿਆ ਬਣਦੀ ਹਾਲਤ ਕੀ ਬਣਦੀ ਪਈ। ਪਰ ਇਤਿਹਾਸ ਵੀ ਇਹ ਹੈ ਨਾ ਕਿ ਹੁਣ ਤੱਕ ਪੰਚਾਇਤੀ ਚੋਣਾਂ ਹੋਣ, ਸੰਮਤੀਆਂ ਦੀਆਂ ਚੋਣਾਂ ਹੋਣ, ਕੌਂਸਲਾਂ ਦੀਆਂ ਚੋਣਾਂ ਹੋਣ, ਜਿਹਦੀ ਸੱਤਾ ਹੈ ਹਾਂ ਉਹਦੀ ਜੇਬ 'ਚ ਹੈ। ਠੀਕ ਹੈ, ਇਹ ਇਸ ਵਾਰੀ ਲੇਕਿਨ ਇਸ ਵਾਰੀ ਜਿਹਦੀ ਜੇਬ 'ਚ ਉਹਦੇ 'ਚੋਂ ਖੋਣ ਦੀ ਕੋਸ਼ਿਸ਼ ਜਾਰੀ ਹੋਣ ਡਈ ਹੈ। ਲੇਕਿਨ ਸਰਦਾਰ ਜੀ, ਇਹ ਸਾਰੀ ਕਵਾਇਦ ਤੋਂ ਅੱਗੇ ਅਜੇ ਤੱਕ ਸਥਿਤੀ ਕਲੀਅਰ ਨਹੀਂ ਹੋ ਰਹੀ ਕਿ ਪੰਜਾਬ ਦੇ ਲੋਕ ਇਹਨਾਂ ਰਵਾਇਤੀ ਧਿਰਾਂ ਨੂੰ ਕੋਈ ਸਪੋਰਟ ਕਰਨਗੇ ਕਿ ਨਹੀਂ ਕਰਨਗੇ ਜਾਂ ਨਹੀਂ ਕਰਨਗੇ। ਇਹਨਾਂ ਦੇ ਅੰਦਰਲੇ ਡਰ ਬੜੇ ਵੱਡੇ ਆ। ਹੁਣ ਇਸ ਤੋਂ ਅਗਲਾ ਸਵਾਲ, ਇਹ ਸੱਚ ਹੈ ਕਿ ਜਗਰਾਓਂ ਦੀ ਜਿਹੜੀ ਰੌਸ਼ਨੀ ਹੈ, ਜਿਹੜੀ ਅੱਜ ਦੀ ਰੌਸ਼ਨੀਆਂ ਦਾ ਮੇਲਾ ਲੱਗਦਾ ਉੱਥੇ, ਮਹਾਪੰਚਾਇਤ ਆ ਜੀ, ਕਿ ਇਹਦੇ ਵਿੱਚੋਂ ਕੋਈ ਰਾਸੀ ਸੰਕੇਤ ਹੋਣਗੇ ਕਿ ਇਸ ਤਰ੍ਹਾਂ ਦੀਆਂ ਪੰਚਾਇਤਾਂ ਮਹਾਪੰਚਾਇਤ ਦੇ ਨਾਂ ਥੱਲੇ ਪੂਰੀ ਸਟੇਟ 'ਚ ਫੈਲਣਗੀਆਂ, ਵਿਸਥਾਰ ਲੈਣਗੀਆਂ, ਜ਼ਰੂਰ ਕੀ ਹੋਰ ਵੀ ਇਕੱਠ ਹੋਣਗੇ। ਅੱਜ ਦਾ ਇਕੱਠ ਬਹੁਤ ਵੱਡਾ ਇਕੱਠ ਮੰਨਿਆ ਗਿਆ। ਔਰ ਇਸ ਤੋਂ ਅੱਗੇ ਜੇ ਸਰਦਾਰ ਸਾਹਿਬ ਤੁਰੀਏ, ਇੱਕ ਸਵਾਲ ਨਰਿੰਦਰ ਮੋਦੀ ਪਾਰਲੀਮੈਂਟ 'ਚ ਪਾ ਦਿੰਦੇ ਜੀ, ਉਹ ਕਹਿੰਦੇ ਆ ਕਿ ਅਸੀਂ ਤਾਂ ਆਪਸ਼ਨ ਦਿੱਤੀ ਆ, ਅੱਛਾ ਕੁਝ ਬਦਲਿਆ ਥੋੜੀ ਹੈ ਵੀ ਜੇ ਤੁਹਾਨੂੰ ਇਹ ਨਵੇਂ ਬਿੱਲ ਚੰਗੇ ਨਹੀਂ ਲੱਗਦੇ ਤੇ ਪੁਰਾਣੇ ਰੱਖ ਲਓ, ਨਵੇਂ ਕਾਨੂੰਨ ਚੰਗੇ ਨਹੀਂ ਲੱਗਦੇ ਤੇ ਪੁਰਾਣੇ ਰੱਖ ਲਓ, ਆਪਸ਼ਨ ਦਿੱਤੀ ਹੈ ਨਾ। ਜੀ ਜੀ ਜੀ, ਮਤਲਬ ਉਹਨਾਂ ਦਾ ਕਹਿਣ ਦਾ ਭਾਵੇਂ ਅਰਥ ਇਹੀ ਹੋਵੇ ਕਿ ਤੁਹਾਡੇ ਕੋਲ ਜਿਹੜੀ APMC ਮੰਡੀਆਂ ਨੇ ਉਹ ਰੱਖ ਲਓ, ਜਾਂ ਜੇ ਤੁਸੀਂ ਕਾਰਪੋਰੇਟ ਵੱਲ ਨਹੀਂ ਜਾਣਾ ਨਾ ਜਾਓ। ਲੇਕਿਨ ਜੇ ਇਹਦੇ ਵਿੱਚੋਂ ਇੱਕ ਨੁਕਤਾ ਕੱਢਣਾ ਹੋਵੇ, ਸਟੇਟ ਗਵਰਨਮੈਂਟ, ਖਾਸ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਦੀ ਗਵਰਨਮੈਂਟ ਮੋਦੀ ਗਵਰਨਮੈਂਟ ਤੱਕ ਪਹੁੰਚ ਕਰ ਸਕਦੀ ਸੀ ਕਿ ਤੁਸੀਂ ਪਾਰਲੀਮੈਂਟ 'ਚ ਜੇ ਆ ਕਿਹਾ ਹੈ ਤੇ ਸਾਡੇ ਵਾਲੇ ਬਿੱਲ ਨੂੰ ਪ੍ਰਵਾਨਗੀ ਦਿਓ, ਕਹੋ ਆਪਣੇ ਗਵਰਨਰ ਨੂੰ, ਕਹੋ ਰਾਸ਼ਟਰਪਤੀ ਨੂੰ ਕਿ ਜਿਹੜੇ ਅਸੀਂ ਬਿੱਲ ਪਾਸ ਕੀਤੇ ਆ ਉਹਨਾਂ ਨੂੰ ਪ੍ਰਵਾਨਗੀ ਦੇ ਦੇਣ, ਜਾਂ ਜਦੋਂ ਕੈਪਟਨ ਦੀ ਸਰਕਾਰ ਆਪਣਾ ਨਵਾਂ ਸੈਸ਼ਨ ਬੁਲਾਵੇ ਵਿਧਾਨ ਸਭਾ ਦਾ, ਉਹਦੇ ਵਿੱਚ ਇਹ ਪਾਸ ਕਰ ਦੇਵੇ ਕਿ ਪੰਜਾਬ ਦੇ ਵਿੱਚ ਪਹਿਲਾ ਐਕਟ ਹੀ ਲਾਗੂ ਰਹੇਗਾ, ਨਵਾਂ ਐਕਟ ਜਿਹੜਾ ਵਾ ਉਹਨੂੰ ਉਹ ਰੱਦ ਨਾ ਵੀ ਕਰਨ, ਲੇਕਿਨ ਉਹ ਕਹਿਣ ਕਿ ਪੰਜਾਬ ਵਿੱਚ ਲਾਗੂ ਨਹੀਂ ਹੋਵੇਗਾ। ਹਾਂ, ਦੇਖੋ ਵਿਉਂਤਬੰਦੀ ਤੇ ਇਹਨਾਂ ਨੇ ਕੀਤੀ ਆ, ਲੇਕਿਨ ਦੂਸਰੇ ਪਾਸੇ ਉਸ ਵਿਉਂਤਬੰਦੀ ਥੋੜੀ ਜੀ ਸ਼ੱਕ ਦੇ ਵਿੱਚ ਆ ਜਾਂਦੀ ਸੀ ਵੀ ਕਰਨੀ ਹੈ ਜਾਂ ਨਹੀਂ ਕਰਨੀ। ਜਦੋਂ ਇਹਨਾਂ ਦੇ ਆਪਣੇ ਮੈਂਬਰ ਰਾਜ ਸਭਾ ਤੇ ਲੋਕ ਸਭਾ ਨੇ ਕਹਿਤਾ ਸੀ ਕਿ ਅਸੀਂ ਨਿੱਜੀ ਹੈਸੀਅਤ ਦੇ ਵਿੱਚ ਬਿੱਲ ਲੈ ਕੇ ਆਵਾਂਗੇ ਨਵਾਂ, ਹੁਣ ਜਦੋਂ ਸਭ ਕੁਝ ਸਾਹਮਣੇ ਆ ਤੇ ਮੇਰਾ ਖਿਆਲ ਕੈਪਟਨ ਸਾਹਿਬ ਨੂੰ ਚੁੱਪ ਤੋੜ ਦੇਣੀ ਚਾਹੀਦੀ ਹੈ। ਨਹੀਂ,
ਇਹਨਾਂ ਨੂੰ ਸਮਾਂ ਮੰਗ ਲੈਣਾ ਚਾਹੀਦਾ ਸੀ ਪ੍ਰਧਾਨ ਬਿਲਕੁਲ। ਮੰਤਰੀ ਕੋ ਮਿਲਣ ਦਾ ਬਿਲਕੁਲ, ਇਸੇ ਬਿਲਕੁਲ। ਮੁੱਦੇ ਤੇ ਚੰਗਾ ਹੁੰਦਾ ਇਹ ਬਾਕੀ ਪਾਰਟੀਆਂ ਨੂੰ ਆਵਾਜ਼ ਮਾਰਦੇ ਜੀ। ਇਹ ਸਰਬ ਪਾਰਟੀ ਜਿਹੜਾ ਇੱਕ ਵਫਦ ਆ ਉਹ ਜਾ ਕੇ ਮਿਲਦੇ ਆਪਣੀ ਅਗਵਾਈ ਚ ਲੈ ਜਾਂਦੇ। ਲੇਕਿਨ ਕਾਰਨ ਹੈ ਨਾ, ਹੁਣ 14 ਤੱਕ ਕਿੱਦਾਂ ਸਾਰੇ ਇਕੱਠੇ ਹੋ ਕੇ ਬਹਿ ਸਕਦੇ ਨੇ? ਆਈ ਵੀ ਗੱਲ ਆ 14 ਤੱਕ ਤੇ ਇਕੱਠੇ ਹੋ ਕੇ ਨਹੀਂ ਬਹਿ ਸਕਦੇ। ਵੀ ਜਦੋਂ ਸਟੇਜਾਂ ਤੋਂ ਗਾਲਾਂ ਕੱਢਣੀਆਂ ਇੱਕ ਦੂਜੇ ਨੂੰ ਬਿਲਕੁਲ ਕੱਢਣੀਆਂ ਵੀ ਆ, ਸੁਣਨੀਆਂ ਵੀ ਆ, ਲੇਕਿਨ ਸਭ ਤੋਂ ਅਹਿਮ ਇਹ ਆ ਕਿ ਜਦੋਂ ਇਹ ਆਪਸੀ ਲੜਾਈ ਦੇ ਵਿੱਚ ਰੁੱਝੇ ਹੋਏ ਨੇ ਉਸ ਵੇਲੇ ਮਹਾ ਪੰਚਾਇਤ ਦਾ ਰੱਖਿਆ ਜਾਣਾ ਔਰ ਪੂਰੇ ਹਾਲਾਤਾਂ ਨੂੰ ਦੇਖਿਆ ਜਾਵੇ ਤੇ ਹਰ ਜਿਹੜਾ ਮਿਊਨਿਸਪਲ ਹਲਕਾ ਉੱਥੇ ਪੂਰੀ ਭਰਮਾਰ ਹੈ ਇਸ ਵੇਲੇ ਲੀਡਰਸ਼ਿਪ ਦੀ ਔਰ ਲੋਕਾਂ ਦੀ ਵੀ ਆ। ਇਹਦੇ ਤੋਂ ਵੱਧ ਲੋਕ ਜਿਹੜੇ ਨੇ ਉੱਥੇ ਬੈਠੇ ਨੇ ਸਿੰਘੂ ਬਾਰਡਰ ਤੇ, ਟਿਕਰੀ, ਕੁੰਡਲੀ, ਗਾਜ਼ੀਪੁਰ, ਲੇਕਿਨ ਇੱਧਰ ਅਗਲਿਆਂ ਨੇ ਬਿਗਲ ਫੂਕ ਕੇ ਰੱਖ ਦਿੱਤਾ ਵੀ ਅਗਾਂਹ ਵੀ ਤਿਆਰ ਰਹੋ, ਇੱਥੇ ਗੱਲ ਖਤਮ ਨਹੀਂ ਹੋਣੀ ਜਗਰਾਉਂ ਚ। ਜਗਰਾਓਂ। ਲੇਕਿਨ ਸਰਦਾਰ ਜੀ ਕੌਂਸਲ ਚੋਣਾਂ ਨੇ ਸਿਆਸਤ ਦਾ ਕਰੂਪ ਚਿਹਰਾ ਵੀ ਨੰਗਾ ਕੀਤਾ ਹੈ। ਜੀ ਕਿੰਨੀ ਜਗ੍ਹਾ ਤੇ ਲੜਾਈਆਂ ਹੋਈਆਂ, ਬਿਲਕੁਲ ਕਤਲ ਹੋਏ, ਫਰੀਦਕੋਟ ਚ ਕਤਲ ਹੋਏ, ਬਿਲਕੁਲ। ਹੁਣ ਇਹ ਨਹੀਂ ਮੋਗੇ ਚ, ਮਾਫੀ ਚਾਹੋ ਮੋਗੇ ਚ ਹੋਇਆ, ਕਤਲ ਜਲਾਲਾਬਾਦ ਤੇ ਸੁਖਬੀਰ ਬਾਦਲ ਹੋਰਾਂ ਦੀ ਗੱਡੀ ਦੇ ਉੱਤੇ ਵੱਟੇ ਵੱਜੇ ਨੇ। ਆਪਸੀ ਇਹ ਦੋਵੇਂ ਬਿਲਕੁਲ। ਇੱਕ ਐਮਪੀ ਦੂਜਾ ਜੀ, ਐਮਐਲਏ ਜੀ, ਆਮਲਾ ਜੀ। ਜਿਹੜਾ ਸੀ। ਜੀ ਸਵਾਲ ਇਹ ਹੈ ਕਿ ਇੱਕ ਬੰਨੇ ਤਾਂ ਲੋਕ ਆਪਣੇ ਭਾਈਚਾਰੇ ਜਿਹੜੇ ਉਹਨਾਂ ਨੂੰ ਨਵਿਆਉਣ ਲੱਗੇ, ਜੀ ਬਾਰਡਰਸ ਦੇ ਉੱਤੇ ਲੋਕਾਂ ਦੇ ਜਿਹੜੇ ਟੁੱਟੇ ਰਿਸ਼ਤੇ ਬਣ ਰਹੇ ਆ, ਬਣ ਰਹੇ ਨੇ। ਪੰਜਾਬ ਦੇ ਕਲਚਰ ਨੂੰ ਰੂਪਮਾਨ ਹੁੰਦਿਆਂ ਵੇਖ ਸਕਦੇ ਆ। ਨਵੇਂ ਸਿਰਿਓਂ ਅਸੀਂ ਪੁਰਾਣੀ ਦੌਰ ਯਾਦ ਕਰ ਰਹੇ ਹਾਂ। ਜੀ ਦੂਜੇ ਬੰਨੇ ਇਹ ਲੀਡਰ ਇਹੀ ਸਿਆਸੀ ਧਿਰਾਂ ਰਵਾਇਤੀ ਪਾਰਟੀਆਂ ਫਿਰ ਲੋਕਾਂ ਨੂੰ ਆਮਣੋ ਸਾਹਮਣੇ ਸਿਰ ਖਵਾ 60% ਦੀ ਪੋਲਿੰਗ ਬੂਥ ਜਿਹੜੇ ਨੇ ਆ ਜਿਹੜੀਆਂ ਕੌਂਸਲ ਦੀਆਂ ਚੋਣਾਂ ਹੋਣੀਆਂ ਨਗਰ ਕੌਂਸਲਾਂ ਦੀਆਂ 60% ਦੀ ਜਿਹੜੇ ਪੋਲਿੰਗ ਬੂਥ ਨੇ ਉਹ ਸੰਵੇਦਨ ਨੇ ਜਾਂ ਅਤੀ ਸੰਵੇਦਨ ਨੇ। ਤੁਸੀਂ ਇਹ ਲਾਓ ਕਿ ਉੱਥੇ ਧਿਰਾਂ ਤੇ ਛੱਡੋ ਲੋਕ ਆਮੋ ਸਾਹਮਣੇ ਕਿਸ ਤਰ੍ਹਾਂ ਮਤਲਬ ਹੋਣਗੇ। ਸੰਵੇਦਨਸ਼ੀਲਤਾ ਦਾ ਸਾਫ਼ ਮਤਲਬ ਹੈ ਲੜਾਈ ਕਿਸੇ ਵੇਲੇ ਵੀ ਹੋ ਸਕਦੀ ਹੋਰ ਹੋਏਗੀ। ਅਤੀ ਸੰਵੇਦਨਸ਼ੀਲਤਾ ਦਾ ਮਤਲਬ ਤੇ ਇਹ ਹੋਈ ਆ ਵੀ ਇੱਥੇ ਖਤਰਾ ਹੀ ਖਤਰਾ ਹੈ। ਪਰ ਮੈਨੂੰ ਇਹ ਸਮਝ ਨਹੀਂ ਆਈ ਕਿ ਸਿਆਸਤ ਸਮਾਜ ਨੂੰ ਬਦਲਣ ਲਈ ਹੁੰਦੀ ਜੀ। ਹੈ, ਵਿਕਾਸ ਲਈ ਹੁੰਦੀ ਹੈ। ਜੀ ਸਾਰਿਆਂ ਦੇ ਚੋਣ ਮੈਨੀਫੈਸਟੋ, ਸਾਰਿਆਂ ਦੇ ਦਾਅਵੇ ਹੁੰਦੇ ਆ, ਅਸੀਂ ਇਹ ਕਰ ਦਿਆਂਗੇ, ਉਹ ਕਰ ਦਿਆਂਗੇ। ਇਹਦੇ ਵਿੱਚ ਸਿਰ ਪੜਵਾਉਣੇ ਕਿੰਨੇ ਕੁ ਜ਼ਰੂਰੀ ਆ? ਇਹ ਦੇਖੋ ਇਹ ਚੀਜ਼ ਜਿਹੜੀ ਚੋਣ ਮੈਨੀਫੈਸਟੋ ਵਿੱਚ ਵੀ ਨਹੀਂ ਹੁੰਦੀ, ਲੇਕਿਨ ਸਭ ਤੋਂ ਜ਼ਿਆਦਾ ਲਾਗੂ ਇਹ ਹੁੰਦੀ ਹੈ। ਹੁਣ ਇਸ ਤੋਂ ਵੀ ਅੱਗੇ ਤੁਰੀਏ, ਜਿਹੜੀ ਰਾਜਨੀਤੀ ਦੇ ਵਿੱਚ ਲਾਲਸਾ ਵੱਧ ਗਈ ਪੈਸੇ ਕਮਾਉਣ ਦੀ, ਹਾਂ ਰਾਜਨੀਤੀ ਦੇ ਵਿੱਚ ਸਾਰੀ ਤਾਕਤ ਨੂੰ ਜੇਬ 'ਚ ਰੱਖਣ ਦੀ, ਭਾਵੇਂ ਉਹ ਐਸਐਚਓ ਲਵਾਉਣ ਦੀ ਪ੍ਰਕਿਰਿਆ ਹੋਵੇ, ਬਿਲਕੁਲ, ਡੀਐਸਪੀ, ਬਿਲਕੁਲ। ਤਹਿਸੀਲਦਾਰ, ਰਾਦਰ 2-2 3-3 ਐਮਐਲਏ ਇਕੱਠੇ ਹੋ ਕੇ ਡੀਸੀ ਐਸਐਸਪੀ ਲਵਾ ਰਹੇ। ਜੀ ਹੁਣ ਸਵਾਲ ਸਰਦਾਰ ਜੀ ਇਹ ਹੈ ਕਿ ਹਰ ਬਿਜ਼ਨਸ ਦੇ ਉੱਤੇ ਸਿਆਸਤਦਾਨ ਦਾ ਆਪਣਾ ਜਾਂ ਉਹਦੇ ਕਰਿੰਦਿਆਂ ਦਾ ਕਬਜ਼ਾ ਹੋਣਾ ਚਾਹੀਦਾ। ਸਿੱਧੀ ਗੱਲ ਕੋ ਕਿ ਸਿਆਸਤ ਵੀ ਵਪਾਰ ਹੈ ਤੇ ਉਸ ਵਪਾਰ ਦੀ ਜਿਹੜੀ ਪੂਰਤੀ ਹੈ ਉਹ ਫਿਰ ਥੱਲਿਓ ਪ੍ਰਸ਼ਾਸਨ ਚੋਂ ਸ਼ੁਰੂ ਹੋ ਜਾਂਦੀ ਹੈ। ਪਰ ਸਰਦਾਰ ਸਾਹਿਬ ਵਪਾਰ ਦੇ ਵੀ ਨਿਯਮ ਹੁੰਦੇ ਆ ਨਾ, ਇੱਧਰ ਕੋਈ ਨਿਯਮ ਨਹੀਂ ਮੈਂ ਹੁੰਦਾ। ਉਹੀ ਕਿਹਾ ਕਿ ਜਦੋਂ ਤੁਸੀਂ ਆਪਣੀ ਹੈਂਕੜ ਨਾਲ, ਆਪਣੀ ਧੌਂਸ ਨਾਲ ਹਾਂ ਕੋਈ ਕਾਰੋਬਾਰ ਚਲਾਉਣਾ ਹੈ, ਜੀ। ਫਿਰ ਕੰਪੀਟੀਸ਼ਨ ਕਿੱਥੇ ਆ? ਫਿਰ ਵਪਾਰ ਨਹੀਂ, ਫਿਰ ਮਾਫੀਆ ਕਹੋਗੇ ਨਾ। ਮਾਫੀਆ। ਫਿਰ ਹਮਾਤੜ ਉਹਦੇ ਚ ਕਿੱਥੇ ਆਊਗਾ? ਨਾ ਬਿਲਕੁਲ ਮੰਨਫੀ ਹੋਏਗਾ। ਜੇ ਕੋਈ ਹਮਾਤੜ ਕਿਸੇ ਸਿਆਸਤਦਾਨ ਦੀ ਸਪੋਰਟ ਨਾਲ ਕਾਰੋਬਾਰ ਚਲਾਉਣਾ ਚਾਹਵੇ, ਕਿਉਂਕਿ ਹਰੇਕ ਖੇਤਰ ਦੇ ਵਿੱਚ ਜਾਂ ਐਮਐਲਏ ਜਾਂ ਮੰਤਰੀ ਹੈ ਜੀ। ਤੇ ਜਾਂ ਹਲਕਾ ਇੰਚਾਰਜ ਆ, ਸੱਤਾਧਾਰੀਆਂ ਦਾ ਇਹੀ ਹੈ। ਬਿਲਕੁਲ ਸਹੀ ਇਹ ਗੱਲ। ਜਦੋਂ ਬਾਦਲ ਕਿਆਂ ਦਾ ਰਾਜ ਸੀ ਉਦੋਂ ਵੀ ਇਦਾਂ ਹੀ ਸੀ, ਔਰ ਰਾਦਰ ਉਦੋਂ ਜ਼ਿਆਦਾ ਲੇਕਿਨ ਹੁਣ ਇੱਕ ਬਦਲਾਵ ਤੁਹਾਨੂੰ ਵੇਖਣ ਨੂੰ ਮਿਲ ਸਕਦਾ। ਕੀ? ਅਜੇ ਤੱਕ ਕਿਹਾ ਜਾਂਦਾ, ਦਾਅਵਾ ਕੀਤਾ ਜਾਂਦਾ ਕਿ ਜਿਹੜੀਆਂ ਪੰਚਾਇਤਾਂ ਨੇ ਇਹ ਕਿਸੇ ਲੋਕਤੰਤਰ ਦਾ ਮੁੱਢਲਾ ਰੂਪ ਨੇ, ਲੇਕਿਨ ਉਹਨਾਂ ਪੰਚਾਇਤਾਂ ਦੀ ਕਿੰਨੀ ਕੁ ਪੁੱਛਗਿੱਛ ਹੁੰਦੀ ਹੈ? ਨਹੀਂ ਸਰਦਾਰ ਜੀ ਇਸ ਗੱਲ ਤੇ ਹੁੰਨੇ ਆ, ਲੇਕਿਨ ਜਿਹੜਾ ਪਹਿਲਾ ਸਵਾਲ ਐਡਰੈਸ ਹੋਣੋਂ ਰਹਿ ਜਾਣਾ। ਜੀ ਦੇਖੋ, ਕਰਨ ਕਟਾਰੀਆ ਹਾਂ ਆਪਣੇ ਪਰਿਵਾਰ ਨੂੰ ਕਤਲ ਕਰ ਦਿੰਦਾ, ਸਹੀ ਗੱਲ। ਖੁਦਕੁਸ਼ੀ ਕਰ ਲੈਂਦਾ। ਖੁਦਕੁਸ਼ੀ ਤੋਂ ਪਹਿਲਾਂ ਉਹ 4 ਸਫ਼ਿਆਂ ਦਾ ਇੱਕ ਖੁਦਕੁਸ਼ੀ ਨੋਟ ਲਿਖਦਾ, ਬਿਲਕੁਲ, ਜਿਹਦੇ ਵਿੱਚ 2 ਐਫੀਡੈਵਿਟ ਨੇ, ਜੀ। 2 ਸਧਾਰਨ ਪੇਜ ਦੇ ਉੱਤੇ ਲਿਖੇ ਹੋਏ ਉਹਦੇ ਹੱਥ ਲਿਖਤਾ। ਜੀ ਉਹਦੇ ਵਿੱਚ ਉਹ ਡਿਟੇਲ ਸਾਰੀ ਦਿੰਦਾ ਕਿ ਜੀ। ਕਿਵੇਂ ਉਹ ਕਾਰੋਬਾਰ ਦੇ ਵਿੱਚ ਇਸ ਤਰ੍ਹਾਂ ਦੀ ਸਾਰੀ ਜਿਹੜੀ ਮਕੜ ਜਾਲ ਹੈ ਉਹਦੇ ਚ ਉਲਝਦਾ ਗਿਆ। ਹੁਣ ਸਵਾਲ ਇਹ ਹੈ ਕਿ ਇਹ ਇੱਕ ਉਦਾਹਰਨ ਹੈ ਬਹੁਤ ਘਿਨਾਉਣਾ ਤੇ ਬਹੁਤ ਖਤਰਨਾਕ ਜੀ। ਇਹ ਰੂਪ ਆ ਸਿਆਸਤ ਦਾ। ਹੁਣ ਸਿਆਸਤ ਦੇ ਵਿੱਚ ਕੌਣ ਆ? ਅਸੀਂ ਉੱਥੇ ਸ਼ਾਇਦ ਰਾਜਾ ਵੜਿੰਗ ਦੇ ਬ੍ਰਦਰ ਇਨ ਲਾ, ਉਹਦੇ ਸਾਲੇ ਦੇ ਉੱਤੇ ਇਲਜ਼ਾਮ ਲੱਗੇ, ਰਿਸ਼ਤੇਦਾਰ ਨੇ, ਕਰੀਬੀ ਰਿਸ਼ਤੇਦਾਰ ਨੇ। ਉਹ ਰਿਸ਼ਤੇਦਾਰ ਸਕੇ ਨੇ ਕਿ ਨਹੀਂ ਸਕੇ, ਇਹ ਵੱਖਰੀ ਗੱਲ ਹੈ ਜੋ ਅਖਬਾਰੀ ਖਬਰਾਂ ਨੇ। ਸਰਦਾਰ ਜੀ ਹੁਣ ਸਵਾਲ ਇਹ ਹੈ ਕਿ
ਜੇਕਰ ਸਿਆਸਤ ਨੂੰ ਇਸ ਐਂਗਲ ਤੋਂ ਦੇਖਣਾ ਹੋਵੇ, ਜੀ। ਤੁਸੀਂ ਰਾਜਾ ਵੜਿੰਗ ਨੂੰ ਪਾਸੇ ਰੱਖ ਦਿਓ, ਜੀ। ਇਸ ਘਟਨਾਕ੍ਰਮ ਨੂੰ ਪਾਸੇ ਰੱਖ ਦਿਓ ਕਿ ਉਹਨਾਂ ਦੇ ਰਿਸ਼ਤੇਦਾਰ ਦੀ ਕੁਝ ਸ਼ਮੂਲੀਅਤ ਸੀਗੀ ਕਿ ਨਹੀਂ, ਉਹਨਾਂ ਦੀ ਕਿੰਨੀ ਸੀ, ਇਹ ਤਾਂ ਪੁਲਿਸ ਫੈਸਲਾ ਕਰੂਗੀ ਕਿਉਂਕਿ ਕੇਸ ਸਟੱਡੀ ਹੈ। ਹੁਣ ਜੀ। ਇੱਥੇ ਟਿੱਪਣੀ ਨਾ ਕਰੀਏ, ਲੇਕਿਨ ਮੈਨੂੰ ਇਹ ਸਮਝਾਓ ਕਿ ਪੰਜਾਬ ਦੇ ਕਿਸ ਖਿੱਤੇ ਦੇ ਵਿੱਚ ਇਸ ਤਰ੍ਹਾਂ ਦਾ ਮੱਕੜ ਜਾਲ ਨਹੀਂ ਬੁਣਿਆ ਗਿਆ, ਸਹੀ ਗੱਲ। ਇਸ ਤਰ੍ਹਾਂ ਦਾ ਮਾਫੀਆ ਨਹੀਂ ਪਨਪਿਆ। ਜੀ। ਕਿੱਥੇ ਲੈਂਡ ਮਾਫੀਆ ਨਹੀਂ ਹੈਗਾ, ਕਿੱਥੇ ਤੁਸੀਂ ਦੇਖੋ ਕਿ ਆ ਜਿਹੜੀ ਰੇਤ ਬਜਰੀ ਦਾ, ਰੇਤ ਬਜਰੀ, ਕੇਬਲ ਮਾਫੀਆ, ਟਰਾਂਸਪੋਰਟ ਮਾਫੀਆ, ਕੋਈ ਇੱਕ ਹੋਵੇ ਤੇ ਗਾਲਾਂਗੇ। ਇਹਨਾਂ ਦੀ ਸਰਪ੍ਰਸਤੀ ਤਾਂ ਸਾਰੀ ਜਗ੍ਹਾ ਪੋਲੀਟੀਸ਼ੀਅਨ ਹੀ ਕਰ ਜੀ। ਰਹੇ, ਔਰ ਜੇ ਸਿੱਧੇ ਨਹੀਂ ਤੇ ਸਿੱਧੇ ਤਰੀਕੇ ਨਾਲ। ਮੈਨੂੰ ਸਮਝਾਓ ਕਿ ਹੁਣ ਇਸ ਵੇਲੇ ਕਿਹੜਾ ਵਿਅਕਤੀ ਜੁਰਤ ਕਰੂਗਾ ਸਟੇਟ 'ਚ ਕਾਰੋਬਾਰ ਕਰਨ ਦੀ, ਜੀ। ਬਿਨਾ ਹਲਕਾ ਇੰਚਾਰਜ ਦੇ, ਬਿਨਾ ਐਮਐਲਏ ਦੀ ਸਾਂਝ ਦੇ। ਮੈਨੂੰ ਤੁਸੀਂ ਦੱਸੋ ਕਿ ਕੌਣ ਚਲਾ ਸਕਦਾ? ਮੈਂ ਤੁਹਾਡੀ ਗੱਲ ਦਾ ਫਿਰ ਉੱਥੇ ਤੁਹਾਨੂੰ ਜਗਰਾਉਂ ਵਾਪਸ ਲੈ ਆਉਣਾ। 1986 ਦੇ ਵਿੱਚ ਜੋ 84 ਤੋਂ ਬਾਅਦ ਹਾਲਾਤ ਬਣਦੇ ਨੇ, ਉਸ ਤੋਂ ਬਾਅਦ ਸਰਬੱਤ ਖਾਲਸਾ ਹੁੰਦਾ ਜੀ। ਉਸ ਸਰਬੱਤ ਖਾਲਸਾ ਨੇ ਜਿੰਨੀ ਰਵਾਇਤੀ ਲੀਡਰਸ਼ਿਪ ਸੀ ਉਹਨੂੰ ਕਿਨਾਰੇ ਕਰਕੇ ਆਪ ਸੱਤਾ ਦੇ ਉੱਤੇ ਆ ਗਏ, ਜੀ। ਜਿੰਨੇ ਵੀ ਉਹਦੇ ਨਾਲ ਜੁੜੇ ਸੀ। ਉਸ ਤੋਂ ਬਾਅਦ 2015 ਤੁਹਾਡੇ ਸਾਹਮਣੇ ਆ, ਜਦੋਂ ਗੁਰੂ ਦੀ ਬੇਅਦਬੀ ਦਾ ਇਨਸਾਫ ਨਹੀਂ ਦਿੱਤਾ ਕਿਸੇ ਨੇ ਹਾਮੀ ਨਹੀਂ ਭਰੀ। ਅੱਜ ਜਿਹੜੀ ਬੀਜੇਪੀ ਆ ਉਹ ਭਲੇ ਹੀ 100 ਵਾਰ ਕਵੇ, ਚੀਖ ਕੇ ਕਵੇ ਕਿ ਸਾਨੂੰ ਇਨਸਾਫ ਨਹੀਂ ਮਿਲ ਰਿਹਾ, ਤੇ ਸਾਡੇ ਪੰਜਾਬ ਦੇ ਘੱਟੋ ਘੱਟ ਜਿਹੜੇ ਜਦ ਦੇਸ਼ ਵਿਦੇਸ਼ ਅਣਗਿਣਤ ਸਿੱਖ ਵਸਦੇ ਨੇ, ਉਹ ਭਾਜਪਾ ਦੀ ਲੀਡਰਸ਼ਿਪ ਨੂੰ ਇੱਕ ਸਵਾਲ ਜ਼ਰੂਰ ਕਰਨਗੇ ਕਿ ਜਦੋਂ ਸਾਡੇ ਗੁਰੂ ਬੇਅਦਬੀ ਦਾ ਇਨਸਾਫ ਨਹੀਂ ਸੀ ਮਿਲ ਰਿਹਾ, ਉਸ ਵੇਲੇ ਤੁਹਾਡੀ ਇਹ ਜ਼ਮੀਰ ਕਿੱਥੇ ਸੀ, ਉਦੋਂ ਤੁਸੀਂ ਕਿਉਂ ਨਹੀਂ ਸੀ ਬੋਲੇ। ਉਸ ਤੋਂ ਬਾਅਦ 2015 'ਚ ਸਰਬੱਤ ਖਾਲਸਾ ਹੁੰਦਾ। ਉਸ ਤੋਂ ਬਾਅਦ ਤੁਹਾਡੇ ਸਾਹਮਣੇ ਜਿਹੜਾ ਸਮਾਜ ਦੇ ਉੱਤੇ ਫਰਕ ਪੈਂਦਾ ਉਹ ਤੁਹਾਡੇ ਸਾਹਮਣੇ ਹੈ। ਜੀ। ਹੁਣ ਜਦੋਂ ਇਹ ਸਾਰਾ ਕੁਝ ਹੀ ਜਿਹਨੂੰ ਕਹਿ ਲਓ ਕਿ ਗੰਦਲਾ ਹੋ ਚੁੱਕਾ, ਤੇ ਫਿਰ ਜਿਹੜੀ ਮਹਾ ਪੰਚਾਇਤ ਉੱਥੇ ਆ ਉਹ ਇੱਕ ਦਸਤਕ ਹੈ ਕਿ ਜਿਹੜੇ ਤੁਹਾਡੇ ਹੱਕ ਜੇ ਤੁਸੀਂ ਨਹੀਂ ਦੇਣਾ ਚਾਹੁੰਦੇ ਕਿਸੇ ਨੂੰ, ਤੇ ਖੋਣ ਵਾਲੇ ਮਗਰ ਆ ਰਹੇ ਜੇ ਫਿਰ। ਜੀ। ਇਹ ਦੋਸਤੋ ਇਹ ਤੁਹਾਡੇ ਲਈ ਅਹਿਮ ਸਵਾਲ ਹੈ, ਸਾਡੇ ਸਾਰਿਆਂ ਲਈ ਅਹਿਮ ਸਵਾਲ ਹੈ ਕਿ ਜਦੋਂ ਅਸੀਂ ਆਪਣੇ ਨੁਮਾਇੰਦੇ ਚੁਣਦੇ ਹਾਂ ਤੇ ਉਦੋਂ ਅਸੀਂ ਨਾਲ ਦੀ ਨਾਲ ਕਿਤੇ ਇਸ ਤਰ੍ਹਾਂ ਤਾਂ ਨਹੀਂ ਸੋਚ ਰਹੇ ਹੁੰਦੇ ਕਿ ਸਰਕਾਰ ਆਪਣੀ ਆਊਗੀ, ਇਹ ਬੰਦਾ ਚੁਣਿਆ ਜਾਊਗਾ, ਸਰਕਾਰ ਆਊਗੀ, ਜੋ ਮਰਜ਼ੀ ਕਰਾਵਾਂਗੇ। ਜੇ ਇੰਜ ਸੋਚ ਰਹੇ ਹਾਂ ਫਿਰ ਸਾਨੂੰ ਸ਼ਿਕਵਾ ਕਰਨ ਦਾ ਕੋਈ ਰਾਈਟ ਨਹੀਂ। ਅੱਜ ਦੇ ਦਿਨ ਦੇ ਵਿੱਚ ਇਸ ਸਿਆਸੀ ਧੁੰਦਲਕੇ ਦੇ ਵਿੱਚੋਂ ਸਿਰਫ ਕ੍ਰਾਈਮ ਨਿਕਲ ਰਿਹਾ। ਜੇਕਰ ਹਰੇਕ ਐਮਐਲਏ ਨੇ ਆਪਣੇ ਮਰਜ਼ੀ ਦਾ ਡੀਐਸਪੀ ਤੇ ਐਸਐਚਓ ਲਗਵਾਉਣਾ ਹੈ, ਤੇ ਫਿਰ ਅਖੀਰ ਦੇ ਵਿੱਚ ਉਹ ਡੀਐਸਪੀ ਤੇ ਐਸਐਚਓ ਆਪਣੀ ਤਾਕਤ ਨਾਲ ਕਦੋਂ ਚੱਲਣਗੇ, ਉਹ ਸੰਵਿਧਾਨਕ ਮਿਲੇ ਰਾਈਟਸ ਨੂੰ ਕਿਵੇਂ ਵਰਤਣਗੇ, ਉਹ ਆਮ ਜਨ ਸਧਾਰਨ ਲਈ ਕਿਉਂ ਹੋਣਗੇ, ਉਹ ਤਾਂ ਧਿਰ ਦੇ ਬਣ ਕੇ ਰਹਿਣਗੇ। ਇਹ ਇੱਕ ਵੱਡਾ ਸਵਾਲ ਆ ਜਿਹਨੂੰ ਕਿਸੇ ਵੀ ਮੁੱਖ ਮੰਤਰੀ ਨੂੰ ਐਡਰੈਸ ਕਰਨਾ ਚਾਹੀਦਾ। ਗਵਰਨਮੈਂਟ ਬਣਾਉਣ ਤੋਂ ਬਾਅਦ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਹੈ ਕਿ ਉਹ ਅਗਲੀ ਸਰਕਾਰ ਬਣਾਉਣ ਲਈ ਆਪਣੇ ਜਿਹੜੇ ਐਮਐਲਏ ਤੇ ਵਜ਼ੀਰ ਆ ਉਹਨਾਂ ਨੂੰ ਖੁੱਲੀ ਛੁੱਟੀ ਨਾ ਦੇਵੇ ਕਿ ਇਦਾਂ ਹੀ ਸਰਕਾਰ ਬਣਾਉਣੀ ਆ। ਕੰਮ ਕਰਕੇ ਵੀ ਸਰਕਾਰ ਬਣਾਈ ਜਾ ਸਕਦੀ ਆ, ਆਪਣੀ ਕਾਰਗੁਜ਼ਾਰੀ ਦੇ ਆਧਾਰ ਦੇ ਉੱਤੇ ਵੀ ਵੋਟਾਂ ਮੰਗੀਆਂ ਜਾ ਸਕਦੀਆਂ। ਪੰਜਾਬ 'ਚੋਂ ਇਹ ਕਲਚਰ ਮਿਸਿੰਗ ਹੋ ਰਿਹਾ ਸਭ ਤੋਂ ਜ਼ਿਆਦਾ ਪਿਛਲੇ 10 ਸਾਲ। ਇਹ ਜਿਹੜੇ 20 ਸਾਲ ਦਾ ਪੀਰੀਅਡ ਹੈ ਜਿਹਦੇ ਵਿੱਚ ਬਾਦਲ ਕੇ ਔਰ ਕੈਪਟਨ ਅਮਰਿੰਦਰ ਸਿੰਘ ਰਹੇ, ਇਸ ਪੂਰੇ ਦੌਰ ਦੇ ਵਿੱਚ ਜਿਹੜਾ ਸਿਆਸੀਕਰਨ ਹੋਇਆ, ਉਸ ਉਬਾਲ 'ਚੋਂ ਕਿਸਾਨ ਮੂਵਮੈਂਟ ਦਾ ਉਬਾਲ ਨਿਕਲਦਾ ਹੈ। ਅੱਜ ਜੇ ਤਬਦੀਲੀ ਨਹੀਂ ਵਾਪਰਦੀ, ਘੱਟੋ ਘੱਟ ਕੈਪਟਨ ਅਮਰਿੰਦਰ ਸਿੰਘ ਇਸ ਮੌਕੇ ਤੇ ਸਖਤੀ ਨਾਲ ਫੈਸਲੇ ਨਹੀਂ ਲੈਂਦੇ, ਔਰ ਜਿਸ ਤਰੀਕੇ ਦੇ ਗੁਨਾਹ ਹੋ ਰਹੇ ਆ, ਜਿਸ ਤਰੀਕੇ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ, ਜੇ ਇਹਨਾਂ ਨੂੰ ਨੱਥ ਨਹੀਂ ਪੈਂਦੀ, ਇਹਨਾਂ ਦੀ ਦੀਰਘ ਪੜਤਾਲ ਨਹੀਂ ਹੁੰਦੀ, ਕੌਣ ਭਰੋਸਾ ਕਰੂਗਾ? ਫਿਰ ਕਹਿੰਦੇ ਬੱਚੇ ਵਿਦੇਸ਼ਾਂ ਨੂੰ ਤੁਰ ਗਏ, ਇੱਥੇ ਰਹਿਣਾ ਕੌਣ ਚਾਹੂਗਾ? ਜੇ ਐਸੇ ਹਾਲਾਤ ਵਿੱਚ ਬੱਚਿਆਂ ਨੇ ਕਾਰੋਬਾਰ ਹੀ ਨਹੀਂ ਐਸਟੈਬਲਿਸ਼ ਕਰ ਪਾਉਣੇ, ਜੇਕਰ ਕਿਸੇ ਨੇ ਇਸ ਗੱਲ ਦੀ ਸੁਰੱਖਿਆ ਦੀ ਜਾਮਨੀ ਨਹੀਂ ਦੇਣੀ ਕਿ ਤੁਹਾਡੇ ਸਰਮਾਏ ਨੂੰ ਸੁਰੱਖਿਅਤ ਰੱਖਾਂਗੇ, ਤੁਹਾਡੀ ਜਾਨ ਮਾਲ ਦੀ ਰਾਖੀ ਕਰਾਂਗੇ, ਕੌਣ ਇੱਥੇ ਰਹੂਗਾ? ਔਰ ਜਦੋਂ ਤੁਸੀਂ ਲੋਕਾਂ ਦੀ ਜਾਨ ਮਾਲ ਦੀ ਰਾਖੀ ਦੀ ਜ਼ਿੰਮੇਵਾਰੀ ਨਹੀਂ ਲੈ ਰਹੇ, ਤੇ ਫਿਰ ਕੋਈ ਤੁਹਾਡੀ ਸੱਤਾ ਵਾਪਸੀ ਦੀ ਜ਼ਿੰਮੇਵਾਰੀ ਕਿਉਂ ਲਊਗਾ? ਪਰ ਇਹੀ ਤਾਂ ਸਰਦਾਰ ਜੀ ਕੀ ਕਰਦੇ ਹੋ, ਜਦੋਂ ਸੱਤਾ ਹਥਿਆਉਣ ਲਈ ਮਾਫੀਆ ਕੰਮ ਕਰਦਾ ਹੋਵੇ ਜੀ, ਜਦੋਂ ਪੈਸਾ ਜਿਹਨੂੰ ਤੁਸੀਂ ਮਨੀ ਤੇ ਮਸਲ ਪਾਵਰ ਕਹਿੰਦੇ, ਜਦੋਂ ਉਹ ਕੰਮ ਉਹ ਆਖਰ ਕਾਹਦੇ ਲਈ ਵਰਤੀ ਜਾਂਦੀ? ਜਦੋਂ ਉਹ ਮਾਫੀਆ ਭਾਰੂ ਪੈ ਜਾਂਦਾ ਫਿਰ ਉਹ ਸੱਤਾ ਖੁੱਸ ਵੀ ਜਾਂਦੀ ਹੈ ਨਾ। ਨਹੀਂ, ਖੁੱਸਦੀ ਹੈ ਸੱਤਾ, ਖੁੱਸਦੀ ਵੀ ਤੇ ਇਹਨਾਂ ਦੇ ਕਾਰਨ ਹੀ ਹੈ ਨਾ। ਮੈਂ ਕਿਹਾ ਸਰਦਾਰ ਸਾਹਿਬ, ਜਦੋਂ ਸਮਾਜ ਉੱਠ ਕੇ ਖੜਾ ਹੁੰਦਾ ਹੈ ਬੜਾ ਕੁਝ ਵਾਪਰ ਜਾਂਦਾ। ਬਿਲਕੁਲ। ਪਰ ਹੁਣ ਸਵਾਲ ਇਹ ਹੈ ਕਿ ਇਸ ਮੌਕੇ ਤੇ ਤੁਸੀਂ ਜਦੋਂ ਮੰਨ ਲਓ, ਇੱਕ ਸਿੰਪਲ ਉਦਾਹਰਨ ਹੈ, 2002 ਤੋਂ 7 ਤੱਕ ਕੈਪਟਨ ਅਮਰਿੰਦਰ ਸਿੰਘ ਸਾਹਿਬ, ਤੇ ਕੈਪਟਨ ਤੋਂ ਬਾਅਦ ਬਾਦਲ ਆ ਜਾਂਦੇ ਜੀ, ਤੇ ਬਾਦਲਾਂ ਤੋਂ ਬਾਅਦ ਫਿਰ ਕੈਪਟਨ ਆ ਜਾਂਦੇ। ਬਿਲਕੁਲ। ਤੁਸੀਂ ਜਦੋਂ ਬਦਲਾਅ ਚਾਹੁੰਦੇ ਹੋ, ਤੁਸੀਂ ਪਹਿਲੀ ਇੱਕ ਧਿਰ ਨੂੰ ਛੱਡ ਕੇ ਦੂਜੀ ਨੂੰ ਲੈ ਆਉਂਦੇ। ਬਿਲਕੁਲ। ਲੇਕਿਨ ਪੂਰੇ ਤਾਣੇ ਬਾਣੇ 'ਚ ਮਾਸਾ ਕੁਝ ਨਹੀਂ ਬਦਲਦਾ ਨਾ, ਸਭ ਕੁਝ ਉਵੇਂ ਹੀ ਚੱਲਦਾ ਰਹਿੰਦਾ।
ਇੱਕ ਅਫਸਰ ਅੱਜ ਇੱਥੇ ਲੱਗਿਆ, ਹਾਂ। ਉਹਨੇ ਉਸੇ ਹੀ ਰੁਤਬੇ ਤੇ ਕਿਸੇ ਹੋਰ ਜਗ੍ਹਾ ਜਾ ਲੱਗਣਾ, ਬਿਲਕੁਲ ਨਾਲ ਦੇ ਜ਼ਿਲ੍ਹੇ 'ਚ ਬੈਠ ਜਾਣਾ ਜਾ ਕੇ। ਕਿਉਂਕਿ ਹਰੇਕ ਨੂੰ ਸਿਰਫ ਇੱਕ ਐਮਐਲਏ ਸਰਪ੍ਰਸਤ ਚਾਹੀਦਾ, ਜੀ ਇਹ ਨਹੀਂ ਤੇ ਉਹ ਸਹੀ। ਸਹੀ ਗੱਲ। ਜਦੋਂ ਤੁਸੀਂ ਇੱਕ ਹਲਕੇ ਦੇ ਵਿੱਚ ਕਿਸੇ ਇੱਕ ਧਿਰ ਦੇ ਐਮਐਲਏ ਨਾਲ ਵਫਾਦਾਰੀ ਨਿਭਾ ਰਹੇ ਹੋ ਜੀ। ਤੇ ਸਾਈਮਲਟੇਨੀਅਸਲੀ ਅਫਸਰ ਕੀ ਕਰਦੇ ਆ ਕਿ ਕਿਸੇ ਦੂਜੇ ਜ਼ਿਲ੍ਹੇ ਦੇ ਵਿੱਚ ਜਿਹੜੀ ਆਉਣ ਵਾਲੀ ਪਾਰਟੀ ਉਹਦੇ ਕਿਸੇ ਲੀਡਰ ਨਾਲ ਯਾਰੀ ਪਾਲ ਲਈ, ਜੀ ਇਧਰਲਾ ਚੁੱਕ ਕੇ ਕਿਤੇ ਬਾਹਰ ਮਾਰਦਾ, ਉਹ ਦੂਜੇ ਨਾਲ ਚੱਲ ਜਾਂਦਾ। ਇਹੋ ਹੀ ਕੁਝ ਹੋਇਆ। ਜੇ ਇਸ ਤਰ੍ਹਾਂ ਦੀ ਨੇਚਰ ਵਾਲੇ ਅਫਸਰ ਔਰ ਪੋਲੀਟੀਸ਼ੀਅਨਸ ਦਾ ਇਹ ਨਾਪਾਕ ਗੱਠਜੋੜ ਤੁਰਦਾ ਰਹੂਗਾ ਤੇ ਫਿਰ ਪੰਜਾਬ ਦਾ ਉਹੀ ਹੋਣਾ ਜੋ ਹੋ ਰਿਹਾ। ਜੀ ਫਿਰ ਪਲਾਇਨ ਨੂੰ ਕਿਵੇਂ ਰੋਕੋਗੇ? ਫਿਰ ਤੁਸੀਂ ਇੰਡਸਟਰੀ ਦਾ ਦੂਜੇ ਰਾਜਾਂ 'ਚ ਹਿਜਰਤ ਕਰ ਜਾਣ ਦਾ, ਪਲਾਇਨ ਕਰ ਜਾਣ ਦਾ ਸ਼ਿਕਵਾ ਕਿਉਂ ਕਰਦੇ ਹੋ? ਫਿਰ ਤੁਸੀਂ ਬੱਚਿਆਂ ਦਾ ਜਹਾਜ਼ੀ ਚੜ ਜਾਣ ਦਾ ਸ਼ਿਕਵਾ ਕਿਉਂ ਕਰਦੇ ਹੋ? ਫਿਰ ਤੁਸੀਂ ਕਿਵੇਂ ਕਹਿੰਦੇ ਹੋ ਕਿ ਲੋਕ ਜ਼ਮੀਨਾਂ ਵੇਚਣ ਤੇ ਉਤਾਰੂ ਆ? ਫਿਰ ਤੁਸੀਂ ਕਹਿੰਦੇ ਹੋ ਕਿ ਅੰਦੋਲਨ ਦੇ ਵਿੱਚ ਸਾਰਾ ਪੰਜਾਬ ਉੱਬਲ ਪਿਆ, ਜੇ ਉੱਬਲੇ ਨਾ ਤੇ ਕਰੇ ਕੀ? ਨਹੀਂ, ਗੱਲ ਤੇ ਫਿਰ ਉੱਥੇ ਆ ਗਈ ਕਿ ਜਦੋਂ ਤੁਸੀਂ ਸਭ ਕੁਝ ਸੁਣਿਆ ਅਣਸੁਣਿਆ ਕਰੀ ਜਾ ਰਹੇ ਹੋ, ਫਿਰ ਲੋਕ ਜਦੋਂ ਆਪਣੀ ਗੱਲ ਸੁਣਾਉਂਦੇ ਨੇ ਤੇ ਉਹ ਪੂਰੀ ਤਸੱਲੀ ਨਾਲ ਤੈਅ ਲਾ ਕੇ ਰੱਖ ਦਿੰਦੇ ਨੇ ਵੀ ਲਓ ਸਾਡੀ ਸੁਣੀ ਗਈ ਜੀ। ਜਿੱਦਾਂ ਬਾਦਲ ਕੇ 2017 ਚ ਖੂੰਜੇ ਲਾ ਬਿਲਕੁਲ ਬਿਲਕੁਲ 1997 ਦੇ ਵਿੱਚ ਜਦੋਂ ਚੋਣ ਆਉਂਦੀ ਹੈ ਸਿਰ ਤੇ, ਉਦੋਂ ਬਾਦਲ ਸਾਹਿਬ ਦਾ ਮੁੱਖ ਏਜੰਡਾ ਜਿਹੜਾ ਸੀ ਚੋਣ ਮੈਨੀਫੈਸਟੋ ਉਹਦੇ 'ਚ ਸੀ ਕਿ ਜਿਨ੍ਹਾਂ ਪੁਲਿਸ ਅਫਸਰਾਂ ਨੇ ਪੰਜਾਬ ਦੇ ਵਿੱਚ ਸਰਕਾਰੀ ਅੱਤਵਾਦ ਨੂੰ ਬੜਾਵਾ ਦਿੱਤਾ, ਅਸੀਂ ਤੇ ਜੇਲ੍ਹਾਂ 'ਚ ਤੁੰਨ ਦਿਆਂਗੇ। ਲੇਕਿਨ ਜਦੋਂ ਸੱਤਾ ਮਿਲੀ ਤੇ ਉਹੀ ਚਹੇਤੇ ਜਿਹੜੇ ਸੀ, ਜਿਹੜੇ ਪਹਿਲਿਆਂ ਦੇ ਚਹੇਤੇ ਸੀ, ਦੂਜਿਆਂ ਦੇ ਚਹੇਤੇ। ਮਤਲਬ ਉਹ ਟਰੁੱਥ ਕਮਿਸ਼ਨ ਦੀਆਂ ਗੱਲਾਂ ਵੀ ਕਿਤੇ ਦੂਰ ਰਹਿ ਗਈਆਂ, ਹਵਾ ਹੋ ਗਈ। ਮੈਂ ਕਹਿੰਦਾ ਟਰੁੱਥ ਫਾਈਂਡਿੰਗ ਕਮਿਸ਼ਨ ਤੇ ਕਦੀ ਬੋਲਿਆ ਹੀ ਨਹੀਂ, ਇਹਨਾਂ ਨਿਕਲਿਆ ਹੀ ਨਹੀਂ ਕਿਸੇ ਪਾਸਿਓਂ। ਔਰ ਉਹਨਾਂ ਦੀ ਕੜੀ ਦੇ ਵਿੱਚ ਹੀ ਜਿਹੜਾ ਇੱਕ ਨਾਂ ਜਿਹੜਾ ਤੁਸੀਂ ਕੱਲ ਵੀ ਜ਼ਿਕਰ ਕੀਤਾ ਸੀ, ਸੁਮੇਧ ਸੈਣੀ ਦਾ ਆ। ਸੁਮੇਧ ਸੈਣੀ ਉੱਥੇ ਵੀ ਸੀ। ਲਾਲ ਕਿਤਾਬ ਜਿਹੜੀ ਕਈ ਵਾਰ ਸੁਖਬੀਰ ਬਾਦਲ ਹੋਰੇ ਅੱਜ ਕੱਲ੍ਹ ਕਰਦੇ ਹੁੰਦੇ ਨੇ, ਜਿਹੜੇ ਸਾਡੇ ਨਾਲ ਧੱਕਾ ਕਰਦੇ ਨੇ ਉਹਨਾਂ ਦੇ ਨਾਂ ਲਾਲ ਕਿਤਾਬ 'ਚ ਲਿਖੇ ਜਾਣਗੇ। ਉਸ ਟਾਈਮ ਤੇ ਸਮੇਂ ਦੇ ਸਤਾਏ ਲੋਕਾਂ ਵੱਲੋਂ ਲਾਲ ਕਿਤਾਬ 'ਚ ਜਿਹੜਾ ਨਾਂ ਲਿਖਿਆ ਸੀ ਉਹਦੇ ਵਿੱਚ ਸੁਮੇਧ ਸੈਣੀ ਦਾ ਨਾਂ ਵੀ ਸੀ। ਲੇਕਿਨ ਆਖਰ ਸੁਮੇਧ ਸੈਣੀ ਕਿੱਦਾਂ ਤਾਕਤਵਰ ਹੋਏ ਔਰ ਉਹਨਾਂ ਨੇ ਉਸੇ ਅਕਾਲੀ ਦਲ ਨੂੰ ਕੀ ਦਿੱਤਾ, ਉਹ ਤੁਹਾਡੇ ਸਾਹਮਣੇ ਆ। 2017 ਗਿਆ ਜੀ ਤੇ ਅੱਗੇ ਅਜੇ ਰੱਬ ਭਲੀ ਕਰੇ। ਸਰਦਾਰ ਸਾਹਿਬ, ਜਦੋਂ ਇੱਕ ਮੋਟਾ ਜਿਹਾ ਸਵਾਲ ਹੈ ਕਿ ਜਦੋਂ ਗੈਰ ਅਨੁਭਵੀ ਲੋਕ, ਜੀ ਘੱਟ ਤਜਰਬੇ ਵਾਲੇ, ਘੱਟ ਸਮਝ ਵਾਲੇ ਲੋਕ ਵਿਚਲੇ ਰਸਤੇ ਚੋਰ ਮੋਰੀਆਂ ਰਾਹੀਂ ਸੱਤਾ ਹਾਸਲ ਕਰ ਲੈਂਦੇ ਆ, ਜਿਨ੍ਹਾਂ ਨੂੰ ਸਿਆਸਤਦਾਨ ਕਹਿੰਦੇ ਆ, ਉਹ ਸਿਆਸਤਦਾਨ ਪੂਰੀ ਤਰ੍ਹਾਂ ਨਿਰਭਰ ਹੁੰਦੇ ਆ ਅਫਸਰਸ ਤੇ, ਅਫਸਰਸ਼ਾਹੀ ਤੇ। ਹੁਣ ਉਹ ਅਫਸਰ ਭਾਵੇਂ ਸਿਵਲ ਦਾ ਹੈ ਭਾਵੇਂ ਪੁਲਿਸ ਦਾ ਹੈ, ਜੀ ਜੇਕਰ ਉਹ ਅਫਸਰ ਉਸੇ ਹੀ ਟਿਊਨਿੰਗ ਦਾ ਹੈ, ਜੀ ਉਸੇ ਪ੍ਰਵਿਰਤੀ ਦਾ ਹੈ, ਕਾਨੂੰਨ ਨੂੰ ਛਿੱਕੇ ਟੰਗਣ ਵਾਲਾ, ਜੀ, ਫਿਰ ਨਾ ਖੈਰ ਪਬਲਿਕ ਦੀ ਹੈ ਤੇ ਨਾ ਉਹਨੂੰ ਲਾਉਣ ਵਾਲਿਆਂ ਦੀ। ਬਿਲਕੁਲ ਠੀਕ ਹੈ ਜੀ। ਕਿਉਂਕਿ ਜੇ ਤੁਸੀਂ, ਉਹ ਕਹਿੰਦੇ ਹੁੰਦੇ ਨਾ ਵੀ ਜੇ ਮਿਨਿਸਟਰ ਦੀ ਉਂਗਲ ਫੜ ਕੇ ਦੱਸਣਾ ਹੋਵੇ ਇੱਥੇ ਸਾਈਨ ਕਰ ਦਿਓ, ਜੀ, ਤੇ ਫਿਰ ਸਾਈਨ ਕਿਸ ਪਹਿਰੇ ਦੇ ਉੱਤੇ ਹੋ ਰਹੇ ਆ? ਅੰਗਰੇਜ਼ੀ ਜਿਹੜੀ ਲੱਛੇਦਾਰ ਅੰਗਰੇਜ਼ੀ ਦੇ ਥੱਲੇ ਸਾਈਨ ਕਰ ਦਿੱਤੇ ਉਂਗਲ ਫੜ ਕੇ, ਪਤਾ ਥੋੜੀ ਵੀ ਕਿੱਥੇ ਜਿਹੜੇ ਬਟਸ ਤੇ ਨੋ ਬਟਸ, ਜਿਹੜੇ ਜੇ ਐਂਡ ਕਿਉਂ, ਉਹਦੇ ਬਾਰੇ ਫਿਰ ਨਹੀਂ ਪਤਾ ਲੱਗਦਾ ਕਿੱਥੇ ਦਸਤਖਤ ਕੀਤੇ ਗਏ। ਸਿਰਫ ਬਦਲੀਆਂ ਕਰਨ ਜੋਗੇ ਨੇ, ਆਪਣੇ ਮਨਪਸੰਦ ਅਫਸਰ ਲਾਉਣ ਜੋਗੇ ਨੇ, ਜੇਕਰ ਸਿਰਫ ਤੇ ਸਿਰਫ ਆਪਣੇ ਤੇ ਇਹੋ ਤੇ ਰਾਜ ਭਾਗ, ਇਹੋ ਤੇ ਰਾਜ ਭਾਗ ਆ। ਜਦੋਂ ਕਦੇ ਚੰਮਦੀਆਂ ਚਲਾਉਣੀਆਂ ਫਿਰ ਇਹੋ ਹੀ ਰਾਜ ਭਾਗ ਮੰਨਿਆ ਜਾਂਦਾ ਹੈ। ਇਸ ਤੋਂ ਵੱਧ ਰਾਜ ਭਾਗ ਦੀ ਪਰਿਭਾਸ਼ਾ ਤੇ ਕੋਈ ਹੈ ਹੀ ਨਹੀਂ ਹੈ। ਪਰ ਮੈਂ ਇਹਦੇ ਚ ਦੋ ਸਵਾਲ ਰੱਖਣਾ ਚਾਹੁੰਦਾ ਕਿ ਪੁਲਿਸ ਅਫਸਰ ਜਿਹੜੇ, ਮੈਂ ਉੱਪਰਲੀ ਲੇਅਰ ਦੀ ਗੱਲ ਨਹੀਂ ਕਰਦਾ ਜਿੱਥੇ ਕਾਡਰ ਫਾਈਨਲ ਹੁੰਦੇ ਆ UPSC ਤੋਂ, ਉਹਨੂੰ ਮੈਂ ਛੱਡ ਦੇਣਾ। ਬਾਕੀ ਅਫਸਰਾਂ ਦੇ ਬੱਚੇ ਇੱਥੇ ਨਹੀਂ ਪੜ੍ਹਨੇ, ਉਹਨਾਂ ਦੀਆਂ ਪ੍ਰਾਪਰਟੀਆਂ ਇੱਥੇ ਨਹੀਂ ਗਈਆਂ, ਸਿਆਸਤਦਾਨਾਂ ਦੇ ਮਹਿਲ ਇੱਥੇ ਨਹੀਂ ਗਏ, ਸਿਆਸਤਦਾਨਾਂ ਦੇ ਕਾਰੋਬਾਰ ਇੱਥੇ ਨਹੀਂ ਗਏ। ਆਖਰ ਜੇ ਸਮਾਜ ਰਹਿਣ ਯੋਗ ਨਾ ਰਿਹਾ ਤੇ ਇਹ ਜਿਹੜੇ ਤੁਸੀਂ ਕਬਜ਼ੇ 'ਚ ਲਈਆਂ ਹੋਈਆਂ ਇੰਨੀਆਂ ਸਰਮਾਏਕਾਰੀਆਂ, ਇਹ ਕਿੱਥੇ ਜਾਣਗੀਆਂ? ਆਖਰ ਜ਼ਿੰਮੇਵਾਰੀ ਤੋਂ ਭੱਜਣ ਵਾਲੇ ਲੋਕ ਕਿੱਥੇ ਜਾ ਕੇ ਖਲੋਣਗੇ? ਸਰਦਾਰ ਜੀ, ਇਹ ਹੁਸਨ ਅਹੁਦਿਆਂ ਦੇ ਉਦੋਂ ਤੱਕ ਜਦੋਂ ਤੱਕ ਹੁਸਨ ਨੇ ਅਹੁਦੇ ਕੋਲ ਨੇ, ਜੀ, ਮੁੜ ਕੇ ਤੁਹਾਨੂੰ ਰਿਟਾਇਰ ਹੋਇਆ ਤੇ ਸਤਿ ਸ੍ਰੀ ਅਕਾਲ ਬੁਲਾਉਣ ਵਾਲਾ ਕੋਈ ਨਹੀਂ ਮਿਲਦਾ। ਮੈਂ ਬਹੁਤ ਸਾਰੇ ਅਫੀਸਰਸ ਨੂੰ ਜਾਣਦਾ ਹਾਂ ਜਿਨ੍ਹਾਂ ਨੂੰ ਲੋਕ ਸੱਦ ਕੇ ਘਰੇ ਚਾਹ ਪਿਆਉਂਦੇ ਆ, ਲੇਕਿਨ ਬਹੁਤ ਸਾਰੇ ਲੋਕ ਆ ਜਿਨ੍ਹਾਂ ਨੂੰ ਅੱਗੇ ਆਉਂਦਿਆਂ ਵੇਖ ਕੇ ਲੋਕ ਰਾਹ ਬਦਲ ਲੈਂਦੇ। ਬਿਲਕੁਲ ਸਹੀ ਗੱਲ। ਸੋ ਸਵਾਲ ਇਹ ਆ ਕਿ ਜੇ ਸਾਡੀ ਕਾਰਜ ਪ੍ਰਣਾਲੀ ਦਰੁਸਤ ਨਹੀਂ ਹੁੰਦੀ, ਜੀ, ਆਖਰ ਇਹ ਜਿਹੜਾ ਸਭ ਤੋਂ ਜਰਖੇਜ਼ ਖਿੱਤਾ ਸੀ, ਸਭ ਤੋਂ ਬਿਹਤਰੀਨ ਹਵਾ ਪਾਉਣ ਪਾਣੀ ਵਾਲਾ, ਉਹ ਅਸੀਂ ਇੰਨਾ, ਲੇਕਿਨ ਇਹ ਸਭ ਕੁਝ ਦੇ ਵਿੱਚੋਂ ਤੇ ਜੇ ਕਿਸਾਨੀ ਲਹਿਰ ਵੀ ਇਹਦੇ ਚੋਂ ਨਿਕਲੀ ਆ, ਜਦੋਂ ਕਿਸੇ ਨੇ ਸੁਣਿਆ ਹੀ ਨਹੀਂ, ਕਿਸੇ ਨੇ ਸਮਝਿਆ ਹੀ ਨਹੀਂ ਕਿ ਇਹਦੀ ਸਲਾਹ ਲੈ ਲਈਏ। ਆਖਰਕਾਰ ਜਿਹਦਾ ਇਲਾਜ ਕਰਨ ਲੱਗੇ ਹੋ
ਉਹਦੀ ਸਲਾਹ ਨਹੀਂ ਲਈ ਵੀ ਤੈਨੂੰ ਹਸਪਤਾਲ ਦਾਖਲ ਕਰ ਲਈਏ ਕਿ ਵੈਸੇ ਹੀ ਮਤਲਬ ਕਿ ਸੜਕ ਤੇ ਰੱਖ ਕੇ ਤੇਰਾ ਆਪਰੇਸ਼ਨ ਕਰ ਲਈਏ। ਜੀ। ਤੇ ਫਿਰ ਉਹਦੇ ਵਿੱਚੋਂ ਅੰਦੋਲਨ ਨਿਕਲਿਆ ਔਰ ਉਸ ਅੰਦੋਲਨ ਦੇ ਵਿੱਚੋਂ ਇੱਕ ਇਹ ਮਹਾ ਪੰਚਾਇਤ ਜਿਹੜੀ ਪਹਿਲੀ ਵਾਰ ਪੰਜਾਬ ਦੀ ਸਰਜ਼ਮੀਨ ਤੇ ਆਈ ਆ। ਜੇ ਇਹ ਟ੍ਰੈਂਡ ਅੱਗੇ ਵੱਧ ਜਾਂਦਾ ਹੈ, ਜੀ, ਤੇ ਫਿਰ ਜਿੱਦਾਂ ਬਹੁਤ ਕੁਝ ਅੱਜ ਜਦੋਂ ਮਹਾ ਪੰਚਾਇਤ ਦੇ ਲੀਡਰ ਆ ਰਹੇ ਸੀ ਤੇ ਮੈਂ ਲਾਈਵ ਦੇਖ ਰਿਹਾ ਸਾਂ ਕਿ ਇੱਕ ਐਸਪੀ ਰੈਂਕ ਦੇ ਅਧਿਕਾਰੀ ਰਾਜੇਵਾਲ ਸਾਹਿਬ ਨੂੰ ਬੜੇ ਹਲੀਮੀ ਦੇ ਨਾਲ ਲਿਆ ਰਹੇ ਸਨ ਸਰਦਾਰ ਜੀ, ਔਰ ਉਹ ਰਾਜੇਵਾਲ ਸਾਹਿਬ ਜਿਨ੍ਹਾਂ ਦੇ ਖਿਲਾਫ ਦਿੱਲੀ ਦੇ ਵਿੱਚ ਪਰਚਾ ਦਰਜ ਹੈ ਦਿੱਲੀ ਪੁਲਿਸ ਵੱਲੋਂ ਬਸ ਸਰਦਾਰ ਜੀ 26 ਜਨਵਰੀ ਦੇ ਸੰਬੰਧ 'ਚ। ਇਹ ਐਵੇਂ ਹੀ ਹੁੰਦਾ, ਇਹ ਐਵੇਂ ਹੀ ਹੁੰਦਾ ਕਿ ਪੋਲੀਟੀਸ਼ੀਅਨਸ ਦੇ ਉੱਤੇ ਪਰਚੇ ਹੁੰਦੇ ਆ, ਹਾਂ। ਲੇਕਿਨ ਉਹ ਲੱਖਾਂ ਦੇ ਇਕੱਠ ਨੂੰ ਸੰਬੋਧਿਤ ਹੋ ਰਹੇ ਹੁੰਦੇ। ਬਿਲਕੁਲ। ਲੇਕਿਨ ਸਰਦਾਰ ਜੀ, ਤੁਸੀਂ ਇਤਿਹਾਸਕ ਘਟਨਾਕ੍ਰਮ 'ਚ ਇੱਕ ਤੱਥ ਭੁੱਲ ਰਹੇ ਹੋ। ਜੀ, ਮੋਗੇ ਤੋਂ ਜਗਰਾਉਂ ਨੂੰ ਜਾਂਦੀ ਸੜਕ ਦੇ ਉੱਤੇ ਅਜੀਤਵਾਲ ਪਿੰਡ ਆਉਂਦਾ। ਬਿਲਕੁਲ ਆਉਂਦਾ ਨਾ ਜੀ? ਜੀ, ਤੇ ਤੁਹਾਨੂੰ ਪਤਾ ਹੈ ਵੀ ਅਕਾਲੀ ਦਲ ਨੇ ਜਦੋਂ ਤਬਦੀਲੀਆਂ ਲਿਆਉਂਦੀਆਂ ਮੋਗੇ ਦੇ ਆਲੇ ਦੁਆਲੇ ਦੇ ਵਿੱਚ ਹੀ ਕਾਨਫਰੰਸਾਂ ਕੀਤੀਆਂ। ਇਤਿਹਾਸਕ ਪਰਿਪੇਖ ਆ। ਜਦੋਂ ਪੰਜਾਬੀ ਪਾਰਟੀ ਬਣੀ ਉਦੋਂ ਵੀ ਮੋਗੇ 'ਚ ਹੀ ਬਣੀ ਸੀ। ਮੈਂ ਕਿਹਾ ਉੱਥੇ ਹੀ ਸੀ ਜੀ, ਹਾਂ, ਕਵਲ ਦੇ ਪਿੰਡਾਂ ਕੋਲੇ, ਜਸਵੰਤ ਕਵਲ ਦੇ ਪਿੰਡਾਂ ਕੋਲੇ। ਬਿਲਕੁਲ। ਮੈਂ ਇਹੀ ਸਵਾਲ ਕਰਦਾ ਹਾਂ ਕਿ ਜੇ ਆਗਾਜ਼ ਉਵੇਂ ਦਾ ਹੀ ਆ ਜਿਵੇਂ ਦਾ ਬਾਦਲ ਕੇ ਕਰਦੇ ਰਹੇ, ਤੇ ਫਿਰ ਖਤਰੇ ਦੀ ਘੰਟੀ ਵੀ ਉਹਨਾਂ ਧਿਰਾਂ ਲਈ। ਬਿਲਕੁਲ ਸਹੀ ਗੱਲ। ਜੇਕਰ ਕਿਸਾਨੀ ਦੁਆਬੇ ਤੇ ਮਾਝੇ ਨੂੰ ਪਾਸੇ ਰੱਖ ਕੇ ਜੇ ਮਾਲਵੇ ਤੋਂ ਸ਼ੁਰੂਆਤ ਕਰ ਰਹੀ ਹੈ, ਤੇ ਬਦਲਾਅ ਦਾ ਵਾਹਕ ਤੇ ਬਦਲਾਅ ਉੱਥੋਂ ਹੀ ਤੁਰਦਾ ਹੈ। ਬਿਲਕੁਲ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਤੁਹਾਨੂੰ ਯਾਦ ਹੋਣਾ ਕਿ ਕਦੇ ਇੱਕ ਰੱਥ ਯਾਤਰਾ ਭਾਜਪਾ ਦੇ ਲੀਡਰ ਲਾਲ ਕ੍ਰਿਸ਼ਨ ਅਡਵਾਨੀ ਨੇ ਕੱਢੀ ਸੀ, ਜਿਹਨੂੰ ਲਾਲੂ ਪ੍ਰਸ਼ਾਦ ਨੇ ਰੋਕ ਲਿਆ ਸੀ, ਤੇ ਉਹਦੇ ਤੋਂ ਬਾਅਦ ਬਾਬਰੀ ਉਹ ਅੱਗੇ ਤੁਰਦਾ ਹੈ। ਲੇਕਿਨ ਅੱਜ ਕੱਲ੍ਹ ਜਿਹੜੀ ਭਾਜਪਾ ਦੀ ਰੱਥ ਯਾਤਰਾ ਆ ਉਹ ਬੰਗਾਲ 'ਚ ਤੁਰੀ ਹੋਈ ਆ ਤੇ ਉੱਥੇ ਮਮਤਾ ਜਿਹੜੀ ਆ ਉਹ ਅੜ ਕੇ ਖੜ ਗਈ। ਇਹ ਨਹੀਂ, ਇੱਧਰ ਨਹੀਂ ਆਉਣ ਦੇਣੀ ਰੱਥ ਯਾਤਰਾ। ਮੈਂ ਕਿਹਾ 200 ਪਲੱਸ ਇਹ ਨਾਰਾ ਵਾ ਬੀਜੇਪੀ ਦਾ। ਜੀ, ਠੀਕ ਹੈ ਜੀ। ਜੀ, ਲੇਕਿਨ ਪਾਰਲੀਮੈਂਟ ਦੇ ਵਿੱਚ ਤੁਸੀਂ ਬੀਜੇਪੀ ਦੇ ਲੀਡਰਾਂ ਨੂੰ ਬਾਰ-ਬਾਰ ਦਾਦਾ ਕਹਿ ਕੇ ਸੰਬੋਧਿਤ ਹੁੰਦੇ ਸੁਣਦੇ ਹੋਵੋਗੇ। ਬਿਲਕੁਲ। ਬੰਗਾਲ ਦੇ ਮੈਂਬਰ ਪਾਰਲੀਮੈਂਟਸ ਨੇ ਗਾਹ ਪਾ ਕੇ ਰੱਖਿਆ, ਭਾਵੇਂ ਉਹ ਖੱਬੇ ਪੱਖੀ ਨੇ, ਭਾਵੇਂ ਤ੍ਰਿਣਮੂਲ ਕਾਂਗਰਸ ਦੇ ਮਮਤਾ ਬੈਨਰਜੀ ਦੇ ਲੋਕ ਆ। ਇਸ ਵੇਲੇ ਬੀਜੇਪੀ ਦਾ ਸਿੱਧਾ ਟਾਕਰਾ ਉੱਪਰਲੇ ਏਰੀਏ 'ਚ ਆ। ਲੇਕਿਨ ਸਰਦਾਰ ਜੀ, ਇਹ ਗੱਲ ਬਹੁਤ ਤੱਥਾਂ ਸਮੇਤ ਸਾਬਤ ਕਰਨ ਵਾਲੀ ਆ ਕਿ ਪੰਜਾਬੀ ਕੌਮ ਨੇ ਆਪਣੀ ਖਾਸੇ ਨਾਲ ਦੁਨੀਆ ਦੇ ਵਿੱਚ ਥਾਂ ਬਣਾਈ ਆ। ਭਾਰਤ ਵਿੱਚ ਛੋਟਾ ਖਿੱਤਾ ਹੋਣ ਦੇ ਬਾਵਜੂਦ, ਘੱਟ ਆਬਾਦੀ ਹੋਣ ਦੇ ਬਾਵਜੂਦ ਵੀ ਆਪਣਾ ਦਾਰੋਮਦਾਰ ਕਾਇਮ ਰੱਖਿਆ। ਇਸ ਵਾਰੀ ਵੀ ਭਾਵੇਂ ਲੱਖ ਯਤਨਾਂ ਨਾਲ ਅੰਦੋਲਨ ਦੇ ਵੇਗ ਨੂੰ ਬਦਲ ਲਿਆ ਗਿਆ, ਚਿਹਰੇ ਬਦਲੇ ਗਏ, ਲੇਕਿਨ ਪੰਜਾਬ ਲਈ ਪੰਜਾਬ ਦੇ ਲੋਕ ਬਹੁਤ ਅਹਿਮ ਆ। ਜੇ ਸੱਤਾ ਤਬਦੀਲੀ ਵਾਪਰ ਜਾਂਦੀ ਹੈ, ਕੁਝ ਨਵੇਂ ਚਿਹਰੇ ਆ ਜਾਂਦੇ ਆ, ਨੀਤੀਆਂ ਬਦਲ ਜਾਂਦੀਆਂ, ਵਿਵਸਥਾ ਦੇ ਵਿੱਚ ਤਬਦੀਲੀ ਆ ਜਾਂਦੀ ਹੈ, ਮੈਂ ਸਮਝੂੰਗਾ ਨੁਕਸਾਨ ਕਿੰਨੇ ਵੀ ਹੋਇਆ ਪੰਜਾਬ ਲਈ ਇਹ ਅੰਦੋਲਨ ਸ਼ੁਭ ਸ਼ਗਨ ਵਾਂਗ ਹੋਊਗਾ। ਲੇਕਿਨ ਜੇਕਰ ਕੋਈ ਬਹੁਤ ਵੱਡੇ ਨੁਕਸਾਨ ਹੁੰਦੇ ਆ, ਪੰਜਾਬੀ ਕੌਮ ਇੱਕ ਵਾਰੀ ਫਿਰ ਉੱਠਣ ਲਈ ਕੁਝ ਸਮਾਂ ਮੰਗੂਗੀ। ਸੋ ਮੈਨੂੰ ਲੱਗਦਾ ਹੈ ਕਿ ਅੱਜ ਵਾਲੀ ਮਹਾ ਪੰਚਾਇਤ ਕਿਸ ਦਿਸ਼ਾ 'ਚ ਜਾਂਦੀ ਹੈ, ਬਿਲਕੁਲ ਇਹਨੂੰ ਵੇਖਣਾ ਪਏਗਾ ਕਿ ਜਿਹੜੀ ਸਭ ਤੋਂ ਹੇਠਲੀ ਲੋਕਤੰਤਰ ਦੀ ਜਿਹੜੀ ਇਕਾਈ ਆ ਕਿ ਵਾਕਈ ਉੱਪਰ ਤੱਕ ਜਾਂਦੀ ਹੈ। 24 ਕੋਈ ਜ਼ਰੂਰੀ ਨਹੀਂ 22-24 ਤੱਕ ਵੀ ਮਾਰ ਕਰੇਗੀ। ਬਿਲਕੁਲ ਠੀਕ ਹੈ। ਔਰ ਦੇਖਦੇ ਰਹਿੰਦੇ ਆ, ਤੁਸੀਂ ਵੀ ਸਾਡੇ ਨਾਲ ਜੁੜੇ ਰਹੋ, ਤੁਸੀਂ ਵੀ ਨਜ਼ਰ ਰੱਖਿਆ ਕਰੋ, ਤੇ ਆਪਣਾ ਜਿਹੜਾ ਕੋਈ ਸੁਝਾਅ ਹੁੰਦਾ ਹੈ ਜਾਂ ਸਾਡੀਆਂ ਕੋਈ ਗਲਤੀਆਂ ਜ਼ਰੂਰ ਦੱਸ ਦਿਆ ਕਰੋ, ਭਾਵੇਂ ਕਮੈਂਟ ਰੂਪ ਦੇ ਵਿੱਚ, ਭਾਵੇਂ WhatsApp ਕਰ ਦਿਆ ਕਰੋ। ਤੁਹਾਡੀ ਜਿਹੜੀ ਅਗਵਾਈ ਹੈ ਉਹ ਸਾਡੇ ਲਈ ਬਹੁਤ ਅਹਿਮ ਆ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ।